ਵਾਹਿਗੁਰੂ ਵਾਹਿਗੁਰੂ इस तन में मन को गुरमुख देखे पाए भगत जाहु सिद्ध साधिक मोर धारी रहे लिबलाए तिन भी तन में मन ना दिखावणिया जय जयवंती महला रे मन कौन गत होए है तेरी 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 जग में राम नाम सो तो नहीं सुने कान ये जग में राम नाम सो तो नहीं सुने कान दिखिन सो अत लोभान बिखिन सो अतल भान मत नाहन फेरी रे मन कौन गत होए है तेरी रे मन कौन गत होए है तेरी रे मन कौन गत होए है मानस को जन्म लीन सिमरन नहली मुख की मानस को जन्म लीन सिमरन नहली मुख की मानस को जन्म ली सिमरन रहन मुख की दारा सुख भयो दीन दारा सुख भयो
दे पगों हरि बेरी रे मन कौन गत होए है तेरी रे मन कौन गत होए है तेरी रे मन कौन गत। नानक जन कह पुकार सुपने ज्यों जग पसार। नानक जन कह पुकार सुपने ज्यों जग पसार। सिमरन है क्यों बुरा सिमरत न है क्यों बुरा माया जाकी चेरी रे मन कौन गत होए है तेरी रे मन कौन गत होए है तेरी। ए जग में राम नाम सो तो नहीं सुने काम। ए जग में राम नाम सो तो नहीं सुने काम। बिखिल स्यों अत लोभान बिखिल स्यों अत लोभान बिखिल स्यों अत लोभान। मत नाहन फेरी रे मन कौन गत होए है तेरी रे मन कौन गत होए है तेरी रे मन कौन गत रे मन कौन गत रे मन कौन गत होए है तेरी। परम सत्कारयोग सतਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਸਾਹਿਬਾਂ ਦੀ ਪਾਵਨ ਪਵਿੱਤਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵੱਡੇ ਭਾਗਾਂ ਵਾਲੇ ਆਪਾਂ ਸਾਰੇ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੀਵਨ ਦੀ ਜੁਗਤ ਪ੍ਰਾਪਤ ਕਰਨ ਵਾਸਤੇ ਗੁਰੂ ਮਹਾਰਾਜ ਜੀ ਦੇ ਸ਼ਬਦਾਂ ਨਾਲ ਜੁੜੇ ਹੋਏ ਹੈ ਜੀ। ਜੋਗ ਦੀ ਜੁਗਤ ਤੇ ਜੀਵਨ ਦੀ ਸੁਰਤ ਪ੍ਰਾਪਤ ਕਰਨੀ। ਆਪਾਂ ਨੇ ਅੱਜ ਤੱਕ ਮਨ ਬਾਰੇ ਕੁਛ ਨਹੀਂ ਜਾਣਿਆ। ਖਿਆਲ ਕਰਿਓ, ਆਪਣੇ ਮਨ ਨੇ ਦੂਜੇ ਬਾਰੇ ਬਹੁਤ ਕੁਛ ਜਾਣਿਆ। ਸੱਚੇ ਪਾਤਸ਼ਾਹ ਸਾਨੂੰ ਕੁਝ ਐਸੇ ਸ਼ਬਦਾਂ ਦੇ ਭੇਦ ਦੱਸਣਗੇ ਜਿਨ੍ਹਾਂ ਤੋਂ ਆਪਣੇ ਮਨ ਨੂੰ ਇਹ ਸਮਝ ਆਏਗੀ ਕਿ ਵਾਕਈ ਅਸੀਂ ਮਨ ਨੂੰ ਅੱਜ ਤੱਕ ਸਮਝ ਨਹੀਂ ਪਾਏ। ਮਹਾਰਾਜ ਕਹਿੰਦੇ ਬੜੇ ਬੜੇ ਜੋਗੀ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ। ਇਸ ਸਰੀਰ ਦੇ ਵਿੱਚ ਜਿਹੜਾ ਆਪਣਾ ਮਨ ਹੈ, ਕੋ ਦਾ ਅਰਥ ਹੈ ਕੋਈ ਵਿਰਲੇ। ਇਸ ਸਰੀਰ ਦੇ ਵਿੱਚ ਜਿਹੜੇ ਗੁਰੂ ਦੇ ਗੁਰ ਵੱਲ ਮੁੱਖ ਰੱਖਦੇ ਨੇ ਉਹ ਦੇਖਦੇ ਨੇ। ਕਹਿੰਦੇ ਭਾਏ ਭਗਤ ਜਾਂ ਹਉਮੈ ਸੁਖ ਹੈ। ਫਿਰ ਘਟ ਬੈਠੇ ਰੱਬ ਦੀ ਭਗਤੀ ਪ੍ਰਾਪਤ ਹੁੰਦੀ ਹੈ। ਪਿਆਰ ਦੇ ਨਾਲ ਮਨ ਭਗਤੀ ਕਰਦਾ ਹੈ। ਹਾਲੇ ਸਾਡਾ ਮਨ ਪਿਆਰ ਦੇ ਨਾਲ ਭਗਤੀ ਨਹੀਂ ਕਰ ਰਿਹਾ, ਨਹੀਂ ਕਰ ਰਿਹਾ। ਸਾਡੇ ਮਨ ਨੂੰ ਹਾਲੇ ਗਿਆਨ ਨਹੀਂ ਹੈ। ਸਾਡੇ ਮਨ ਨੂੰ ਹਾਲੇ ਸਮਝ ਨਹੀਂ ਹੈ ਕਿ ਇਹ ਮਨ ਕੌਣ ਹੈ ਤੇ ਇਹਦਾ ਕੀ ਹਾਲ ਹੋਣਾ ਹੈ। ਮਨ ਦੀ ਅਵਸਥਾ ਥੋੜ੍ਹਾ ਜਿਹਾ ਆਪਾਂ ਬਾਣੀ ਰਾਹੀਂ ਬੁੱਝਾਂਗੇ ਅੱਜ। ਸੱਚੇ ਪਾਤਸ਼ਾਹ ਹੁਣੇ ਜਦ ਸ਼ਬਦ ਗਾ ਰਹੇ ਸੀ, ਇਹ ਨੌਵੇਂ ਪਾਤਸ਼ਾਹ ਦਾ ਜੈ ਜੈਵੰਤੀ ਦਾ ਰਾਗ ਹੈ, ਜੋ ਕਿ
31ਵਾਂ ਰਾਗ ਹੈ। ਧਿਆਨ ਰੱਖਣਾ, 30 ਰਾਗ ਪੰਚਮ ਪਾਤਸ਼ਾਹ ਜੀ ਨੇ ਬਾਣੀ ਵਿੱਚ ਉਚਾਰਨ ਕੀਤੇ ਸਨ। ਜਿਹੜਾ ਆਹ ਰਾਗ ਹੈ ਅਖੀਰਲਾ ਰਾਗ, ਇਹ 9ਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ, ਜੋ ਕਿ 10ਮ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਸ ਵੇਲੇ ਦਮਦਮਾ ਸਾਹਿਬ ਗੁਰੂ ਕੀ ਕਾਂਚੀ ਸਾਬੋ ਕੀ ਤਲਵੰਡੀ ਵਿਖੇ 9 ਮਹੀਨੇ 9 ਦਿਨਾਂ 9 ਘੜੀਆਂ ਵਿੱਚ ਸੱਚੇ ਪਾਤਸ਼ਾਹ ਨੇ ਬਾਣੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ, ਫਿਰ ਇਹਨਾਂ ਦੇ ਅਰਥ ਕੀਤੇ। ਸੱਚੇ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਸਿੱਖਾਂ ਨੇ ਜਿਨ੍ਹਾਂ ਨੇ ਇਹ ਅਰਥ ਸੁਣੇ ਉਹ ਵਿਦੇ ਹੋ ਗਏ ਸਨ। ਵਿਦੇ ਦਾ ਅਰਥ ਦੇਹ ਤੋਂ ਮੁਕਤ ਹੋ ਗਏ ਸਨ। ਸੁਣਦਿਆਂ ਅਰਥ, ਜੇ ਕਿਤੇ ਸਿੱਖ ਬਾਣੀ ਦੇ ਅਰਥ ਸੁਣ ਲਏ ਨਾ ਜੀ ਚੰਗੀ ਤਰ੍ਹਾਂ, ਇਹ ਦੇਹ ਦਾ ਮੋਹ ਛੁੱਟਦਾ ਹੈ, ਇਹ ਮਨ ਦੇਹ ਦੀ ਪਕੜ ਛੱਡਦਾ ਹੈ। ਇਸ ਮਨ ਨੂੰ ਇਹ ਸਮਝ ਆਉਂਦੀ ਹੈ ਕਿ ਦੇਹ ਜਿਹੜੀ ਬਣਾਈ ਹੈ ਉਹ ਮੇਰੀ ਨਹੀਂ ਹੈ, ਮੈਂ ਇਸ ਨੂੰ ਦੇਹ ਨੂੰ ਚਲਾਉਂਦਾ ਨਹੀਂ ਹਾਂ, ਮੇਰੇ ਅੰਦਰ ਜੋ ਵਸਦਾ ਹੈ ਰੱਬ ਉਹ ਬਣਾਉਂਦਾ ਹੈ ਤੇ ਉਹ ਇਸ ਦੇਹ ਨੂੰ ਚਲਾਉਂਦਾ ਹੈ। ਹਾਲੇ ਪਕੜ ਸਾਡੇ ਮਨ ਨੂੰ ਮੋਹ ਦੀ ਹੈ ਦੇਹ ਨਾਲ, ਮਨ ਨੂੰ ਗਿਆਨ ਨਾ ਹੋਣ ਕਾਰਨ। ਸੋ ਗੁਰੂ ਮਹਾਰਾਜ ਨੇ ਜਿਸ ਵੇਲੇ ਇਹ ਅਰਥ ਕੀਤੇ, ਸੱਚੇ ਪਾਤਸ਼ਾਹ ਨੇ ਫਿਰ ਇਹ ਦੇਹ ਮੁਕਤ ਮਨ ਨੂੰ ਘਟ ਬੈਠੇ ਰੱਬ ਨਾਲ ਜੋੜਨ ਦਾ ਜਿਹੜਾ ਗਿਆਨ ਦਿੱਤਾ। ਖਿਆਲ ਕਰਿਓ ਆਪਣਾ ਮਨ ਦਾ ਕੰਮ ਕੀ ਹੈ ਤੇ ਮਨ ਕੀ ਕਰਦਾ ਹੈ, ਇਹਨੂੰ ਸਮਝਾਂਗੇ ਅੱਜ। ਮਨ ਦਾ ਕੰਮ ਹੈ ਕੇਵਲ ਮੰਨਣਾ, ਮਨ ਦਾ ਕੰਮ ਹੈ ਕੇਵਲ ਮੰਨਣਾ, ਕੁਝ ਕਰਨਾ ਨਹੀਂ। ਕਰਦਾ ਰੱਬ ਹੈ, ਉਹਦੇ ਕੀਤੇ ਨੂੰ ਮੰਨਣਾ, ਉਹਦੇ ਕੀਤੇ ਨੂੰ ਗਾਉਣਾ, ਉਹਦੇ ਕੀਤੇ ਨੂੰ ਸਾਡੇ ਮਨ ਨੇ ਜੇ ਨਾ ਮੰਨਿਆ ਹੋਏਗਾ ਤੇ ਕਹੇਗਾ ਮੈਂ ਕੀਤਾ। ਇਹ ਸਭ ਨਾਲੋਂ ਬੰਦੇ ਦਾ ਜੀਵਨ ਦੇ ਵਿੱਚ ਅਭਾਗੇ ਹੋਣ ਦੀ ਨਿਸ਼ਾਨੀ ਹੈ। ਧਿਆਨ ਰੱਖਣਾ, ਖਿਆਲ ਕਰਿਓ, ਜੀਵਨ ਦੇ ਵਿੱਚ ਬੰਦਾ ਦੁਖੀ ਕਿਉਂ ਹੁੰਦਾ ਹੈ? ਇਸ ਵਾਸਤੇ ਦੁਖੀ ਹੁੰਦਾ ਹੈ ਕਿ ਮਨ ਕਹਿੰਦਾ ਰੱਬ ਦੇ ਕੀਤੇ ਨੂੰ ਰੱਬ ਕਰਦੇ ਹੁੰਦੇ ਨੇ ਅੰਦਰੋਂ, ਤੇ ਮਨ ਕਹਿੰਦਾ ਮੈਂ ਕੀਤਾ ਜੀ, ਮੈਂ ਕਰਦਾ, ਮੈਂ ਕਰਕੇ ਆਇਆ। ਆ ਜਿਤਨੇ ਵਿਘਨ ਸਾਡੇ ਜੀਵਨ 'ਚ ਪੈਂਦੇ ਨੇ, ਇਹ ਪੈਂਦੇ ਕੇਵਲ ਇਸ ਵਾਸਤੇ ਹਨ ਕਿ ਮਨ ਦਾ ਗਿਆਨ ਨਾ ਹੋਣ ਕਾਰਨ, ਮਨ ਦੀ ਸਮਝ ਨਾ ਹੋਣ ਕਾਰਨ ਮਨ ਰੱਬ ਨੂੰ ਮੰਨਣੋਂ ਹਟ ਜਾਂਦਾ ਹੈ ਤੇ ਆਪਣੇ ਆਪ ਨੂੰ ਮਨਾਉਣ ਲੱਗ ਜਾਂਦਾ ਹੈ। ਇਹ ਸਭ ਨਾਲੋਂ ਵੱਡਾ ਜੀਵਨ ਦੇ ਵਿੱਚ ਤਰਾਸਦੀ ਹੈ ਕਿ ਮਨੁੱਖ ਅੱਜ ਤੱਕ ਨਹੀਂ ਸਮਝ ਪਾਇਆ ਕਿ ਮੇਰਾ ਹਸ਼ਰ ਐਸਾ ਕਿਉਂ ਹੁੰਦਾ ਹੈ, ਮੈਂ ਕਿਉਂ ਦੁਖੀ ਹੁੰਨਾ। ਅੱਜ ਤੱਕ ਨਹੀਂ ਸਮਝ ਪਾਇਆ। ਇਹਦੇ ਉੱਤੇ ਕੋਈ ਗੁਰਮੁਖ ਪਿਆਰੇ ਵਿਰਲੇ ਨੇ ਜਿਹੜੇ ਬੋਲਦੇ ਨੇ, ਕੋਈ ਅਸੀਂ ਮਾਤਾ ਪਿਤਾ ਨੂੰ ਬੋਲਦੇ ਹਾਂ ਦੁਨੀਆ ਉੱਤੇ, ਚਾਹੇ ਕਿਸੇ ਮਜ਼ਹਬ ਦੇ ਨੇ ਹੋ, ਚਾਹੇ ਕਿਸੇ ਦੇਸ਼ ਕਾਲ ਸਮੇਂ ਵਿੱਚ ਦੀ ਲੰਘ ਰਹੇ ਨੇ, ਉਹ ਅਵੇਅਰ ਨਹੀਂ ਹਨ ਤੇ ਆਪਣੇ ਆਉਣ ਵਾਲੀ ਜਨਰੇਸ਼ਨਸ ਨੂੰ ਉਹ ਅਵੇਅਰ ਨਹੀਂ ਕਰਾ ਪਾ ਰਹੇ, ਸਮਝ ਨਹੀਂ ਰਹੇ ਤੇ ਸਮਝਾ ਨਹੀਂ ਪਾ ਰਹੇ। ਇਹ ਸਭ ਨਾਲੋਂ ਤਰਾਸਦੀ ਹੈ। ਆਹ ਸ਼ਬਦ ਦੇਖਿਓ, ਮਹਾਰਾਜ ਸ਼ੁਰੂ ਕਰਦੇ ਨੇ, ਰੇ ਮਨ ਕੌਣ ਗਤ ਹੋਏ ਹੈ ਤੇਰੀ, ਤੇਰੀ ਕੈਸੀ ਗਤ ਹੋਏਗੀ, ਕੀ ਤੂੰ ਜਾਣਦਾ ਹੈ? ਤੇਰੀ ਗਤ ਨੂੰ ਤੂੰ ਸਮਝਦਾ ਹੈ? ਜੀਵਨ ਦੇ ਵਿੱਚ ਸਾਡੀ ਮਨ ਦੀ ਅਵਸਥਾ ਗਤੀਸ਼ੀਲ ਹੁੰਦੀ ਹੈ ਕਿ ਉਹ ਅਵਗਤੀ ਵੱਲ ਜਾ ਰਹੀ ਹੈ। ਇਹ ਦੇਖੋ, ਗਤੀਸ਼ੀਲ ਦਾ ਅਰਥ ਹੈ ਆਪਾਂ 84 ਲੱਖ ਜੋਨੀ ਤੋਂ ਇਸ ਮਨੁੱਖਾ ਦੇਹੀ ਵਿੱਚ ਆਏ ਸੀ, ਤੇ ਗਤੀਸ਼ੀਲ ਤਾਂ ਹੁੰਦੀ ਜੇ ਆਪਾਂ ਇਸ ਦੇਹੀ ਵਿੱਚ ਆ ਕੇ ਰੱਬ ਨੂੰ ਮਿਲਦੇ ਤੇ ਰੱਬ ਨਾਲ ਜੀਵਨ ਵਿੱਚ ਆਪਣੇ ਆਪ ਨੂੰ ਮਿਟਾ ਦਿੰਦੇ ਤੇ ਰੱਬ ਦੇ ਰੂਪ ਰੱਬ ਵਰਗੇ ਹੋ ਕੇ ਜੀਵਨ ਵਿੱਚ ਵਿਚਰਦੇ। ਇਹ ਗਤ ਸਾਡੀ ਖਤਮ ਹੋ ਗਈ। ਧਿਆਨ ਰੱਖਿਓ, ਜਿਵੇਂ ਕੋਈ ਬੱਚਾ ਫਸਟ ਕਲਾਸ ਵਿੱਚ ਜਾਂਦਾ ਤੇ ਉਹਦੀ ਗਤ ਕਿਵੇਂ ਹੁੰਦੀ ਹੈ? ਸੈਕੰਡ ਵਿੱਚ ਜਾਏਗਾ, ਥਰਡ ਵਿੱਚ ਜਾਏਗਾ, ਫੋਰਥ ਵਿੱਚ ਜਾਏਗਾ, ਫਿਫਥ ਵਿੱਚ ਜਾਏਗਾ। ਸੀ ਗਤੀ ਲੈ ਰਿਹਾ ਜੀ, ਇਹ ਪ੍ਰੋਗਰੈਸਿਵ ਹੈ, ਇਹ ਪ੍ਰੋਗਰੈਸ ਕਰ ਰਿਹਾ ਹੈ। ਤੇ ਸਾਡੀ ਪ੍ਰੋਗਰੈਸ ਕੀ ਹੋ ਰਹੀ ਹੈ? ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰੈ
ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਹੀਂ ਕਛ ਕਰੇ ਛਪਾਇਆ। ਐਸੀ ਸਾਡੀ ਅਵਗਤ ਹੋ ਰਹੀ ਹੈ, ਗਤੀ ਨਹੀਂ ਹੋ ਰਹੀ। ਧਿਆਨ ਰੱਖਿਓ, ਅਸੀਂ ਬੰਦੇ ਹੋਣ ਤੋਂ ਬਾਵਜੂਦ ਪਸ਼ੂਆਂ ਵਾਲੀ ਹਰਕਤ ਕਰ ਰਹੇ ਹਾਂ, ਪਸ਼ੂਆਂ ਵਾਲੀ। ਅਸੀਂ ਬੰਦੇ ਹੋਣ ਦੇ ਬਾਵਜੂਦ ਘਟ ਬੈਠੇ ਰੱਬ ਨੂੰ ਮਿਲਣ ਵਾਸਤੇ ਸਰੀਰ ਮਿਲਿਆ ਸੀ। ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਸੀਂ ਬੰਦੇ ਹੋਣ ਦੇ ਬਾਵਜੂਦ ਘਟ ਬੈਠੇ ਰੱਬ ਨੂੰ ਨਾ ਆਪਣੇ ਵਿੱਚ ਦੇਖਦੇ ਹਾਂ ਤੇ ਨਾ ਆਪਣੇ ਸੰਸਾਰ ਵਿੱਚ ਦੇਖ ਰਹੇ ਹਾਂ, ਨਹੀਂ ਦੇਖ ਪਾ ਰਹੇ। ਸਾਡੀ ਗਤ ਨਹੀਂ ਹੈ, ਸਾਡੀ ਗਤ ਮਹਾਰਾਜ ਕਹਿੰਦੇ ਬਿਲਕੁਲ ਨਹੀਂ ਹੋਈ। ਅਸੀਂ ਸੰਸਾਰ ਵਿੱਚ ਆਉਣ ਤੋਂ ਬਾਅਦ ਬਚਪਨ ਤੋਂ ਸਰੀਰ ਨੂੰ ਦੇਖਦੇ ਹਾਂ, ਇਹਨੂੰ ਮਾਇਆ ਕਹਿੰਦੇ ਨੇ। ਆਹ ਜਿਹੜਾ ਸਰੀਰ ਹੈ ਨਾ, ਇਹ ਮਾਇਆ ਹੈ। ਇਹ ਸਰੀਰ ਮਾਇਆ ਕਾ ਪੁਤਲਾ, ਇਹ ਜਿਹੜਾ ਸਰੀਰ ਹੈ ਇਹ ਮਾਇਆ, ਇੱਥੋਂ ਮਾਇਆ ਸ਼ੁਰੂ ਹੁੰਦੀ ਹੈ। ਆ ਜਿਤਨਾ ਜਗਤ ਹੈ ਇਹ ਸਭ ਮਾਇਆ ਹੈ। ਇਸ ਨੂੰ ਜੀਵਨ ਵਿੱਚ ਅਸੀਂ ਵਾਚਦੇ ਹਾਂ। ਅਸੀਂ ਮਾਲਕ ਨੂੰ ਨਹੀਂ ਵਾਚ ਰਹੇ, ਅਸੀਂ ਮਾਇਆ ਨੂੰ ਵਾਚ ਰਹੇ ਹਾਂ। ਜਿਹਨੇ ਜਿਸ ਮਾਲਕ ਨੇ ਮਾਇਆ ਬਣਾਈ ਹੈ ਉਹ ਨਹੀਂ ਦਿਖ ਰਿਹਾ, ਉਹਦੀ ਸਾਨੂੰ ਸੋਝੀ ਨਹੀਂ ਹੈ। ਜੀਵਨ ਦੀ ਅਵਸਥਾ ਨੂੰ ਆਪਾਂ ਥੋੜ੍ਹਾ ਜਿਹਾ ਵਿਚਾਰੀਏ। ਮਹਾਰਾਜ ਕਹਿੰਦੇ ਇਹ ਜਗ ਮਹਿ ਰਾਮ ਨਾਮ ਸੋ ਤਉ ਨਹੀਂ ਸੁਣਿਓ ਕਾਨ। ਇਸ ਜਗਤ ਦੇ ਵਿੱਚ ਕਦੇ ਰਾਮ ਨਾਮ ਸੁਣਿਆ? ਰਾਮ ਨਾਮ ਦਾ ਅਰਥ ਸੁਣਿਓ। ਰਮੇ ਹੋਏ ਰੱਬ ਦਾ ਨਾਮ ਲਿੱਤਾ ਕਦੀ? ਨਹੀਂ ਲਿੱਤਾ। ਅਸੀਂ ਤਾਂ ਆਪਣੇ ਵਿੱਚ ਜਿਹੜਾ ਰਮਿਆ ਹੋਇਆ ਉਹਦਾ ਨਾਮ ਨਹੀਂ ਲੈ ਪਾ ਰਹੇ ਮਨ। ਜਿਹੜਾ ਆਪਣੇ ਵਿੱਚ ਰਮਿਆ ਹੋਇਆ ਨਾ, ਜਿਸ ਵੇਲੇ ਮੈਂ ਬੋਲਾਂ ਤੇ ਬੋਲਦਿਆਂ ਹੋਇਆ ਮੈਂ ਇਹ ਨਹੀਂ ਕਹਿ ਪਾ ਰਿਹਾ ਮਾਲਕ ਤੂੰ ਬੁਲਾ ਰਿਹਾ, ਉਹਨੂੰ ਕਹਿੰਦੇ ਰਮੇ ਹੋਏ ਨੂੰ ਬੋਲਣਾ। ਧਿਆਨ ਰੱਖਿਓ, ਜਿਹੜਾ ਮੇਰੇ ਅੰਦਰ ਰਮਿਆ ਹੋਇਆ, ਇਤਨਾ ਰਮਿਆ ਹੋਇਆ ਹੈ ਕਿ ਮੈਨੂੰ ਜੇ ਮੈਂ ਬੋਲਦਾ ਤੇ ਉਹ ਬੁਲਾਉਂਦਾ ਤੇ ਤਾਂ ਮੈਂ ਬੋਲਦਾ, ਇਤਨਾ ਰਮਿਆ ਹੋਇਆ। ਜੇ ਮੈਂ ਦੇਖ ਰਿਹਾ ਤੇ ਉਹ ਦਿਖਾ ਰਿਹਾ ਤਾਂ ਮੈਂ ਦੇਖ ਰਿਹਾ, ਇਤਨਾ ਰਮਿਆ ਹੋਇਆ। ਜੇ ਮੈਂ ਸਵਾਸ ਲੈ ਰਿਹਾ ਤੇ ਉਹ ਸਵਾਸ ਦੇ ਰਿਹਾ ਤੇ ਤਾਂ ਮੈਨੂੰ ਸਵਾਸ ਆ ਰਿਹਾ, ਇਤਨਾ ਰਮਿਆ ਹੋਇਆ। ਖਿਆਲ ਰੱਖਿਓ, ਜੀਵਨ ਦੇ ਵਿੱਚ ਉਸ ਰਮੇ ਹੋਏ ਰਾਮ ਨੂੰ ਐਡਰੈਸ ਕਰਨ ਦੀ ਅਵਸਥਾ ਮੇਰੇ ਅੱਜ ਤੱਕ ਕੰਨ 'ਚ ਨਹੀਂ ਪਈ ਹੈ, ਨਹੀਂ ਪਈ। ਨਾ ਮੈਨੂੰ ਮਾਤਾ ਪਿਤਾ ਨੇ ਦੱਸਿਆ, ਨਾ ਮੈਂ ਗੁਰਦੁਆਰੇ ਆ ਕੇ ਸਿੱਖ ਰਿਹਾ। ਧਿਆਨ ਰੱਖਿਓ, ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਜੀਵਨ ਦੀ ਅਵਸਥਾ ਕੈਸੀ ਹੋਈ ਹੈ? ਕਹਿੰਦੇ ਵੇਖਿਅਨ ਸਿਉ ਅਤ ਲੁਭਾਨ। ਕਹਿੰਦੇ ਜ਼ਹਿਰ ਨਾਲ, ਅਤ ਦਾ ਅਰਥ ਹੈ ਐਕਸਟ੍ਰੀਮ। ਐਕਸਟ੍ਰੀਮ ਮੇਰਾ ਮਨ ਮਿੰਗਲ ਹੋ ਰਿਹਾ, ਉਸ ਅੰਦਰ ਇਨਵੋਲਵ ਹੋ ਰਿਹਾ, ਜ਼ਹਿਰ ਵਿੱਚ ਇਨਵੋਲਵ ਹੋ ਰਿਹਾ। ਕਹਿੰਦੇ ਜੀਵਨ ਵਿੱਚ ਇਹ ਸਰੀਰ ਦੇ ਵਿੱਚ ਆਪਾਂ ਜ਼ਹਿਰ ਪੈਦਾ ਕਰ ਰਹੇ ਹਾਂ। ਧਿਆਨ ਰੱਖਣਾ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਓ। ਕਹਿੰਦੇ ਐਸੇ ਜੀਵਨ ਨੂੰ ਦੇਖੋ ਤੁਸੀਂ ਕਿ ਮਹਾਰਾਜ ਨੂੰ ਅਸੀਂ ਕਹਿੰਦੇ ਮਹਾਰਾਜ ਮੈਨੂੰ ਆਹ ਨਹੀਂ ਮਿਲ ਰਿਹਾ, ਆਹ ਨਹੀਂ ਮਿਲ ਰਿਹਾ, ਆਹ ਨਹੀਂ ਮਿਲ ਰਿਹਾ। ਉਹ ਸਭ ਕੁਛ ਤਾਂ ਨਹੀਂ ਮਿਲ ਰਿਹਾ ਕਿਉਂਕਿ ਮੈਂ ਜ਼ਹਿਰ ਉਗਲ ਰਿਹਾ, ਜ਼ਹਿਰ ਦੇ ਨਾਲ ਮਿੰਗਲ ਹੋ ਰਿਹਾ। ਮੈਨੂੰ ਮਿਲੇਗਾ ਤਾਂ ਜੇ ਮੇਰੀ ਗਤ ਹੋਏਗੀ। ਗਤ ਦਾ ਅਰਥ ਹੈ ਪ੍ਰੋਗਰੈਸਿਵ ਹੋਏਗਾ ਮੇਰਾ ਮਨ। ਖਿਆਲ ਕਰਿਓ, ਮਹਾਰਾਜ ਕਹਿੰਦੇ ਵੇਖਿਅਨ ਸਿਉ ਅਤ ਲੁਭਾਨ। ਮਤ ਮਹਾਰਾਜ ਕਹਿੰਦੇ ਨਾਹਿਨ ਫੇਰੀ। ਕਹਿੰਦੇ ਸਾਡੇ ਮਤ ਨੂੰ, ਸਾਡੇ ਮਨ ਦੀ ਅਸੀਂ ਕਦੇ ਫੇਰਿਆ ਹੀ ਨਹੀਂ ਹੈ ਪਿੱਛੇ। ਅਸੀਂ ਮਨ ਦੀ ਮਤ ਨਾਲ ਅਨੁਸਾਰ ਚੱਲ ਰਹੇ ਹਾਂ। ਅਸੀਂ ਮਨ ਨੂੰ ਕਦੇ ਨਹੀਂ ਕਿਹਾ ਕਿ ਮਨ ਦੀ ਮਤ ਤਿਆਗ ਦੇ, ਜਿਵੇਂ ਤੂੰ ਚੱਲ ਰਿਹਾ ਮੇਰੇ ਮਨਾ, ਗੁਰਮਤ ਲੈਣ ਦੀ ਕੋਸ਼ਿਸ਼ ਕਰ। ਮਨ ਕੀ ਮਤ ਤਿਆਗੋ ਹਰ ਜਨ, ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਐ ਰੇ। ਕਹਿੰਦੇ ਸਾਡੇ ਮਨ ਨੂੰ ਅੱਜ ਤੱਕ ਇਹ ਗੱਲ ਨਹੀਂ ਸਮਝ ਆ ਰਹੀ ਕਿ ਮੇਰੇ ਮਨ ਵਿੱਚੋਂ ਜਿਹੜੀ ਆਵਾਜ਼ ਆ ਰਹੀ ਹੈ ਮੈਂ ਉਹਦੇ ਨਾਲ ਚੱਲਣਾ, ਕਿ ਮੇਰੇ ਮਨ ਦੇ ਅੰਦਰ ਇੱਕ ਰੱਬ ਬੋਲਦਾ ਹੈ, ਮੈਂ ਉਹਦੀ ਆਵਾਜ਼ ਨਾਲ ਚੱਲਣਾ। ਮੈਂ ਕਿਵੇਂ ਪਛਾਣਾ ਕਿ ਮੈਂ ਬੋਲਦਾ ਕਿ ਰੱਬ ਬੋਲਦਾ ਹੈ? ਇਸ ਨੂੰ ਸਮਝਣ ਵਾਸਤੇ ਮੈਂ ਗੁਰਦੁਆਰੇ ਆਉਣਾ ਹੈ। ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪਰਾਣੇ। ਮੇਰਾ ਮਨ ਕਿਵੇਂ ਬੋਲਦਾ ਹੈ ਇਹਨੂੰ ਸੁਣੋ ਜ਼ਰਾ। ਜਦੋਂ ਗੁਰਦੁਆਰੇ ਆਉਂਦਾ ਕਹਿੰਦਾ ਜੀ ਮੈਂ ਆਇਆ, ਜਦੋਂ ਪਾਠ ਕਰਦਾ ਕਹਿੰਦਾ ਮੈਂ ਪਾਠ ਕਰਦਾ,
ਜਦੋਂ ਭਜਨ ਕਰਦਾ ਕਹਿੰਦਾ ਮੈਂ ਭਜਨ ਕੀਤਾ, ਜਦੋਂ ਕੀਰਤਨ ਕਰਦਾ ਕਹਿੰਦਾ ਮੈਂ ਕੀਰਤਨ ਕੀਤਾ, ਜਦੋਂ ਸੇਵਾ ਕਰਦੇ ਕਹਿੰਦੇ ਮੈਂ ਸੇਵਾ ਕੀਤੀ ਹੈ। ਫਿਰ ਇਹੀ ਗੱਲ ਲੱਛਣ ਫਿਰ ਘਰਾਂ ਵਿੱਚ ਕਰਦਾ ਹੈ, ਕਹਿੰਦੇ ਜੀ ਆਹ ਮੇਰੇ ਬੱਚੇ ਨੇ, ਮੈਂ ਘਰ ਬਣਾਇਆ। ਜੀਵਨ ਵਿੱਚ ਕਦੇ ਨਹੀਂ ਸਮਝ ਆਉਂਦੀ ਆਪਾਂ ਸਭ ਰੱਬ ਦੇ ਬੱਚੇ ਹਾਂ ਤੇ ਸਭ ਦੇ ਵਿੱਚੋਂ ਰੱਬ ਕਰਦੇ ਨੇ, ਤੇ ਮੇਰੇ ਵਿੱਚੋਂ ਜੇ ਮੈਂ ਗੁਰਦੁਆਰੇ ਆਇਆ ਸੀ ਤੇ ਰੱਬ ਲੈ ਕੇ ਆਇਆ ਸੀ। ਧਿਆਨ ਰੱਖਣਾ, ਜੇ ਮੈਂ ਪਾਠ ਕਰ ਰਿਹਾ ਸੀ ਤੇ ਰੱਬ ਨੂੰ ਸਮਝਣ ਵਾਸਤੇ, ਮੇਰੇ ਮਨ ਨੂੰ ਸਮਝਾਉਣ ਵਾਸਤੇ ਮੈਂ ਪਾਠ ਕਰ ਰਿਹਾ ਸੀ ਤੇ ਰੱਬ ਕਰਵਾ ਰਿਹਾ ਸੀ। ਜਦੋਂ ਸਾਨੂੰ ਰੱਬ ਜੀਵਨ ਦੇ ਵਿੱਚ ਪਿਆਰ ਕਰਦੇ ਨੇ ਤੇ ਆਪਣੇ ਨਾਲ ਜੋੜਦੇ ਨੇ। ਜਦੋਂ ਰੱਬ ਨੂੰ ਆਪਣੇ ਤੇ ਤਰਸ ਆਉਂਦਾ ਨਾ, ਤਰਸ ਪਿਆ ਮੈਂ ਰਹਿਮਤ ਹੋਈ। ਜੀਵਨ ਵਿੱਚ ਜਦੋਂ ਸਾਡੇ ਤੇ ਰੱਬ ਤਰਸ ਕਰਦੇ ਨੇ, ਅਸੀਂ ਤਰਸ ਦੇ ਪਾਤਰ ਹੁੰਨੇ ਆ। ਜੇ ਪਖੰਡ ਕਰਾਂਗੇ ਤਾਂ ਕੋਈ ਤਰਸ ਨਹੀਂ ਕਰੇਗਾ ਨਾ ਜੀ। ਜੀਵਨ ਵਿੱਚ ਜਦੋਂ ਤੱਕ ਸਾਡਾ ਮਨ ਪਖੰਡ ਕਰਦਾ ਹੈ, ਸਾਡੇ ਤੇ ਕੋਈ ਤਰਸ ਨਹੀਂ ਖਾਏਗਾ, ਰੱਬ ਵੀ ਤਰਸ ਨਹੀਂ ਖਾਂਦਾ। ਧਿਆਨ ਰੱਖਣਾ, ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾ ਗਾਤੀ ਲੂਟੈ। ਕਹਿੰਦੇ ਜੇ ਜੀਵਨ ਦੇ ਵਿੱਚ ਕੋਈ ਸੱਚਾ ਬੰਦਾ ਤਰਸ ਦੇ ਯੋਗ ਹੁੰਦਾ, ਹਰ ਬੰਦਾ ਉਤੇ ਤਰਸ ਖਾਂਦਾ, ਤਰਸ ਆਉਂਦਾ। ਜੀਵਨ 'ਚ ਯਾਦ ਰੱਖਣਾ, ਜਦੋਂ ਕੋਈ ਵੀ ਬੰਦਾ ਪਖੰਡ ਕਰਦਾ ਤਰਸ ਨਹੀਂ ਆਉਂਦਾ, ਫਿਰ ਨਹੀਂ ਆਉਂਦਾ। ਸੋ ਇੱਕ ਤਾਂ ਗੱਲ ਯਾਦ ਰੱਖਣਾ ਕਿ ਸਭ ਦੇ ਵਿੱਚੋਂ ਰੱਬ ਵਸਦਾ ਤੇ ਸਭ ਦੇ ਵਿੱਚੋਂ ਰੱਬ ਤਰਸ ਖਾਂਦਾ, ਸਭ ਦੇ ਅੱਖਾਂ ਵਿੱਚੋਂ ਰੱਬ ਦੇਖਦਾ। ਸਹਿਸ ਤਵ ਨੈਣ ਨਾਨਾ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਾਨਾ ਏਕ ਤੋਹੀ। ਕਹਿੰਦੇ ਜਿੰਨੀਆਂ ਵੀ ਆ ਮੂਰਤਾਂ ਤੁਸੀਂ ਦਿਖ ਰਹੇ ਹੋ ਨਾ ਸੰਸਾਰ ਵਿੱਚ, ਤੁਹਾਨੂੰ ਦਿਖਣਗੀਆਂ, ਇਹ ਰੱਬ ਦੀ ਮੂਰਤ ਹਨ। ਜੀਵਨ ਵਿੱਚ ਮਹਾਰਾਜ ਕਹਿੰਦੇ ਜੋ ਦੀਸੈ ਸੋ ਤੇਰਾ ਰੂਪ, ਜੋ ਦੀਸੈ। ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜੋ ਵੀ ਤੁਹਾਨੂੰ ਦਿਖਦਾ, ਚਾਹੇ ਉਹ ਪਾਪੀ ਦਿਖ ਰਿਹਾ ਹੈ, ਚਾਹੇ ਤੁਹਾਨੂੰ ਪਖੰਡੀ ਦਿਖ ਰਿਹਾ, ਕੋਈ ਦਿਖ ਰਿਹਾ, ਪਾਪ ਤੇ ਪਖੰਡ, ਪੁੰਨ ਤੇ ਦਾਨ, ਉਹ ਬੰਦੇ ਦਾ ਆਪਣਾ ਭਾਗ ਹੈ। ਕਹਿੰਦੇ ਜੀਵਨ ਜਿਹੜਾ ਵੀ ਬੰਦਾ ਤੁਹਾਨੂੰ ਦਿਖ ਰਿਹਾ ਨਾ, ਇਹ ਰੱਬ ਦਾ ਰੂਪ ਰੱਬ ਨੇ ਬਣਾਇਆ ਸੀ। ਆਪਾਂ ਉਸ ਰੂਪ ਨੂੰ ਵਿਗਾੜ ਦਿੰਦੇ ਹਾਂ। ਅਸੀਂ ਉਸ ਰੂਪ ਤੋਂ ਗਤੀ ਨਾ ਪਾਉਣ ਕਰਕੇ ਸਾਡੇ ਜੀਵਨ ਅਵਗਤ ਵੱਲ ਜਾਣ ਲੱਗ ਜਾਂਦਾ ਹੈ। ਇਸੇ ਸਰੀਰ ਦੇ ਵਿੱਚੋਂ ਫਿਰ ਸਾਨੂੰ ਮਨ ਮੂਰਖ ਦਿੰਦਾ ਹੈ, ਇਸੇ ਸਰੀਰ ਵਿੱਚੋਂ ਫਿਰ ਮਨ ਸ਼ੈਤਾਨ ਦਿੰਦਾ ਹੈ, ਇਸੇ ਸਰੀਰ ਤੋਂ ਫਿਰ ਮਨ ਅਵਗੁਣ ਕਰਦਾ ਹੈ, ਇਸੇ ਸਰੀਰ ਤੋਂ ਰੱਬ ਨੂੰ ਭੁਲਾ ਕੇ ਅਸੀਂ ਸਾਰੇ ਬਿਖ ਇਕੱਠੀਆਂ ਕਰਦੇ ਹਾਂ। ਧਿਆਨ ਰੱਖਣਾ, ਜ਼ਹਿਰ ਇਕੱਠੀਆਂ ਕਰਦੇ ਹਾਂ। ਨਹੀਂ ਤਾਂ ਇਸੇ ਸਰੀਰ ਦੇ ਵਿੱਚੋਂ ਰੱਬ ਦੀਂਦਾ ਹੈ। ਭਾਈ ਆਖੋ ਸਤਨਾਮ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਇਸੇ ਸਰੀਰ ਦੇ ਵਿੱਚ ਜਦੋਂ ਮਨ ਰੱਬ ਵਰਗਾ ਹੁੰਦਾ, ਦਇਆ ਕਰਦਾ ਸਭ ਤੇ, ਜਦੋਂ ਮਿਲਦਾ ਤੇ ਰੱਬ ਦਾ ਸ਼ੁਕਰ ਕਰਦਾ, ਉਸ ਨੂੰ ਕਹਿੰਦੇ ਰੱਬ ਦਾ ਭਗਤ ਬਣ ਗਿਆ ਜੀ। ਤੇ ਜਦੋਂ ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਕਹਿੰਦਾ, ਆਪਣਾ ਕੀਤਾ ਨਹੀਂ ਜਣਾਉਂਦਾ, ਅਸੀਂ ਕਹਿੰਦੇ ਇਹਦੀ ਹਉਮੈ ਮਰ ਗਈ ਹੈ, ਹੁਣ ਇਹ ਰੱਬ ਦਾ ਰੂਪ ਹੋ ਰਿਹਾ ਹੈ ਜੀ। ਇਹ ਆਪਣੇ ਆਪ ਨੂੰ ਜਣਾਉਂਦਾ ਨਹੀਂ ਹੈ। ਭਗਤ ਕਰੇ ਮੂਰਖ ਆਪ ਜਨਾਵੇ, ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ। ਇਹੀ ਬੰਦਾ ਜਦੋਂ ਜੀਵਨ 'ਚ ਆਪਣੇ ਆਪ ਨੂੰ ਜਨਾਉਣਾ ਛੱਡਦਾ ਹੈ, ਚਾਹੇ ਉਹ ਔਰਤ ਹੈ ਚਾਹੇ ਮਰਦ ਹੈ, ਇਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। ਇਹ ਗੱਲ ਯਾਦ ਰੱਖੋ ਪਹਿਲਾਂ ਕਿ ਜੀਵਨ ਵਿੱਚ ਸਾਨੂੰ ਨਾ ਆਪਣੀ ਔਰਤ ਵਿੱਚ ਰੱਬ ਦਿਖਦਾ ਹੈ, ਨਾ ਆਪਣੇ ਮਰਦ ਵਿੱਚ ਰੱਬ ਦਿਖ ਰਿਹਾ। ਧਿਆਨ ਰੱਖਣਾ, ਇਹ ਸਭ ਰੱਬ ਦੇ ਰੂਪ ਨੇ। ਜਦੋਂ ਔਰਤ ਚੰਗਾ ਕੰਮ ਕਰਕੇ ਆਪਣੇ ਆਪ ਨੂੰ ਨਾ ਜਨਾਵੇ ਤੇ ਬੰਦੇ ਨੂੰ ਐਂ ਦਿਖਣਾ ਚਾਹੀਦਾ ਕਿ ਇਹ ਰੱਬ ਮੇਰੀ ਮਦਦ ਕਰਨ ਵਾਸਤੇ ਔਰਤ ਦਾ ਰੂਪ ਲੈ ਕੇ ਆਇਆ ਹੈ। ਇਹ ਰੱਬ ਹੀ ਮਰਦ ਦਾ ਰੂਪ ਲੈ ਕੇ ਔਰਤ ਵਾਸਤੇ ਸੰਸਾਰ ਵਿੱਚ ਆਉਂਦਾ ਹੈ। ਯਾਦ ਰੱਖਿਓ, ਤਾਈਓ ਮਹਾਰਾਜ ਕਹਿੰਦੇ ਨੇ ਜੋ ਦੀਸੈ ਸੋ ਤੇਰਾ ਰੂਪ। ਜੋ ਤੁਹਾਨੂੰ ਦੀਂਦਾ ਗੁਰਮਤਿ ਅਨੁਸਾਰ ਜੇ ਕਿਤੇ ਦੇਖਣਾ ਆ ਜਾਏ, ਨਹੀਂ ਤਾਂ ਇਹ ਅੱਖਾਂ ਨਾਲ ਦੀਂਦਾ ਨਹੀਂ ਹੈ। ਇੰਨੀ ਅੱਖੀ ਨਜ਼ਰ ਨਾ ਆਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸੋ ਸੱਚੇ ਪਾਤਸ਼ਾਹ ਕਹਿੰਦੇ ਜਿਸ ਵੇਲੇ ਬਾਣੀ ਦੀ ਵਿਚਾਰ ਕਰਾਂਗੇ ਨਾ, ਆਪਾਂ ਬਾਣੀ ਦੀ ਵਿਚਾਰ, ਹਾਲੇ ਤਾਂ ਆਪਾਂ ਕੀ ਕਰਦੇ ਹਾਂ, ਮੱਥਾ ਟੇਕਦੇ ਹਾਂ, ਘਰ ਨੂੰ ਚਲੇ ਜਾਂਦੇ ਹਾਂ, ਪ੍ਰਸ਼ਾਦਾ ਖਾ ਕੇ ਘਰ ਨੂੰ ਚਲੇ ਜਾਂਦੇ ਹਾਂ। ਅਸੀਂ ਬਾਣੀ ਪੜ੍ਹਦੇ ਹਾਂ, ਰੱਬ ਨੂੰ ਆ ਕੇ ਜਨਾਉਂਦੇ ਹਾਂ ਕਿ ਤੇਰੀ ਮੈਂ ਇੰਨੀ ਬਾਣੀ ਪੜ੍ਹੀ, ਤੂੰ ਕੁਛ ਨਹੀਂ ਕੀਤਾ। ਧਿਆਨ ਰੱਖਣਾ, ਅਸੀਂ ਕਦੇ ਨਹੀਂ ਕਿਹਾ ਮਹਾਰਾਜ ਤੇਰੀ ਬਾਣੀ ਪੜ੍ਹਦਾ ਤੇ ਮੇਰਾ ਮਨ ਮਿਟ ਨਹੀਂ ਰਿਹਾ,
ਮੇਰਾ ਮਨ ਆਪਣੇ ਆਪ ਨੂੰ ਜਨਾਉਣੋਂ ਨਹੀਂ ਛੱਡ ਰਿਹਾ। ਮੈਂ ਤੇਰੀ ਬਾਣੀ ਪੜ੍ਹ ਕੇ ਵੀ ਮੈਂ ਲੋਕਾਂ ਨੂੰ ਦੱਸਦਾ ਫਿਰਦਾ ਕਿ ਮੈਂ ਬਾਣੀ ਪੜ੍ਹੀ ਆ। ਮੈਂ ਕਦੇ ਲੋਕਾਂ ਨੂੰ ਇਹ ਨਹੀਂ ਦੱਸਿਆ ਕਿ ਰੱਬ ਨੇ, ਮਾਲਕ ਨੇ ਕਿਰਪਾ ਕੀਤੀ, ਮੈਨੂੰ ਬਾਣੀ ਪੜ੍ਹਾਈ ਤਾਂ ਮੈਂ ਪੜ੍ਹ ਸਕਿਆ, ਨਹੀਂ ਤਾਂ ਮੈਂ ਪੜ੍ਹ ਨਹੀਂ ਸਕਦਾ ਸੀ। ਕਦੇ ਨਹੀਂ ਬੋਲਿਆ। ਮੈਂ ਕਦੇ ਉੱਠ ਕੇ ਇੱਕ ਵਾਰ ਵੀ ਜੇ ਵਾਹਿਗੁਰੂ ਕਿਹਾ ਤੇ ਮੈਂ ਲੋਕਾਂ ਨੂੰ ਦੱਸਿਆ। ਮੈਂ ਕਿਹਾ ਮੈਂ ਸਿਮਰਨ ਕੀਤਾ ਜੀ, ਮੈਂ ਕਰਦਾ ਜੀ, ਮੈਂ ਸਵੇਰੇ ਉੱਠਦਾ ਜੀ। ਕਦੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਜੀ ਮਾਲਕ ਨੇ ਕਿਰਪਾ ਕੀਤੀ ਤਾਂ ਸਿਮਰਨ ਹੁੰਦਾ, ਨਹੀਂ ਤਾਂ ਮੈਂ ਨਹੀਂ ਕਰ ਸਕਦਾ ਸੀ। ਆਖੋ ਸਤਿਨਾਮ। ਨਹੀਂ ਬੋਲ ਪਾ ਰਹੇ ਸੀ। ਸਾਡਾ ਮਨ ਹਾਲੇ ਆਪਣੇ ਆਪ ਨੂੰ ਜਨਾਉਣੋਂ ਛੱਡ ਨਹੀਂ ਰਿਹਾ। ਕਈ ਜਨਮਾਂ ਦਾ ਸਾਡਾ ਮਨ ਇਸ ਤਰ੍ਹਾਂ ਆਪਣੇ ਆਪ ਨੂੰ ਜਨਾ ਰਿਹਾ ਹੈ। ਭਗਤ ਕਰੇ ਮੂਰਖ ਆਪ ਜਨਾਵੇ, ਆਪ ਜਨਾਵੇ। ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ। ਕਹਿੰਦੇ ਜੀਵਨ ਦਾ ਇਹ ਦੁੱਖ ਪਾਉਣ ਦਾ ਇਹ ਮਹਾਰਾਜ ਕਹਿੰਦੇ ਭਾਈ ਸਾਡੇ ਜੀਵਨ ਦੀ ਮਨ ਦੀ ਅਗਿਆਨਤਾ ਹੈ, ਮਨ ਦੀ ਅਗਿਆਨਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ। ਧਿਆਨ ਰੱਖਿਓ, ਮਹਾਰਾਜ ਸੱਚੇ ਨੇ। ਆਪਾਂ ਕਹਿੰਦੇ ਮੈਂ ਤਾਂ ਤੇਰਾ ਰੋਜ਼ ਸਿਮਰਨ ਕਰਦਾ। ਧਿਆਨ ਰੱਖਿਓ, ਮੈਂ ਰੋਜ਼ ਸਿਮਰਨ ਕਰਦਾ। ਸਿਮਰਨ ਦਾ ਅਰਥ ਸੁਣਿਓ ਪਹਿਲਾਂ, ਕਿ ਜੀਵਨ ਵਿੱਚ ਸਰੀਰ ਦਾ ਮਰਨਾ ਤੇ ਮਨ ਦਾ ਮਰਨਾ, ਇਹ ਦੋ ਮਰਨੇ ਨੇ। ਸਾਡਾ ਮਨ ਮਰਦਾ ਨਹੀਂ ਹੈ, ਸਰੀਰ ਮਰ ਜਾਂਦਾ ਹੈ। ਜਦੋਂ ਮਨ ਨਹੀਂ ਮਰਦਾ ਤੇ ਮਨ ਰੋਗੀ ਹੋ ਜਾਂਦਾ ਹੈ, ਮਨ ਮੈਲਾ ਹੁੰਦਾ ਤਾਂ ਨਹੀਂ ਮਰਦਾ। ਮਨ ਆਪਣੇ ਆਪ ਨੂੰ ਜਨਾਉਂਦਾ ਤਾਂ ਨਹੀਂ ਮਰਦਾ। ਮਨ ਆਪਣੇ ਆਪ ਨੂੰ ਜੀਵਨ ਵਿੱਚ ਹੰਕਾਰ ਭਰ ਕੇ ਰੱਖਦਾ ਕਿ ਮੈਂ ਹਾਂ, ਮੇਰੀ ਮੇਰੀ ਕਰਤੇ ਜਨਮ ਗਇਓ। ਕਹਿੰਦੇ ਤਾਂ ਮਨ ਮਰਦਾ ਨਹੀਂ ਹੈ ਤੇ ਇਹਨੂੰ ਮਨ ਨੂੰ ਰੋਗੀ ਕਹਿੰਦੇ ਨੇ। ਇਹ ਮਨ ਰੋਗੀ ਹੋ ਜਾਂਦਾ ਹੈ। ਕਹਿੰਦੇ ਫਿਰ ਮਨ ਜਦੋਂ ਰੋਗੀ ਹੁੰਦਾ ਤੇ ਤਨ ਰੋਗੀ ਹੋ ਜਾਂਦਾ ਹੈ। ਜਦੋਂ ਤਨ ਰੋਗੀ ਹੁੰਦਾ ਤੇ ਤਨ ਜਿਸ ਵੇਲੇ ਰੋਗੀ ਹੁੰਦਾ ਤੇ ਮਨ ਰੋਂਦਾ ਹੈ। ਰੋਂਦਾ ਨਹੀਂ? ਜਦੋਂ ਆਪਣਾ ਤਨ ਰੋਗੀ ਹੋ ਜੇ ਕਿ ਆਹ ਕੀ ਹੋ ਗਿਆ, ਸਰੀਰ ਹੁਣ ਛੁੱਟ ਜਾਏਗਾ, ਫਿਰ ਕੀ ਹੋਊਗਾ ਮੇਰਾ, ਕਹਿੰਦਾ ਨਾ ਮਨ। ਧਿਆਨ ਰੱਖਣਾ, ਜਦੋਂ ਤਨ ਰੋਗੀ ਹੋ ਜਾਂਦਾ ਹੈ ਫਿਰ ਇਹੀ ਮਨ ਰੋ ਕੇ ਕਹਿੰਦਾ ਹੈ ਮਹਾਰਾਜ ਹੁਣ ਚੱਕ ਲੈ, ਹੁਣ ਰਿਹਾ ਨਹੀਂ ਜਾਂਦਾ। ਧਿਆਨ ਰੱਖਣਾ, ਹੁਣ ਚੱਕ ਲੈ ਕਹਿੰਦਾ। ਇਹ ਨਹੀਂ ਕਹਿ ਸਕ ਰਿਹਾ ਕਿ ਮੇਰਾ ਮਨ ਨਿਰਮਲ ਹੋ ਜਾਏ, ਫਿਰ ਤਨ ਵੀ ਨਿਰੋਗ ਹੋ ਜਾਂਦਾ ਹੈ। ਭਾਈ ਆਖੋ ਸਤਿਨਾਮ। ਕਹਿੰਦੇ ਮਨ ਮੈਲੇ ਸਭ ਕੁਛ ਮੈਲਾ। ਜਦੋਂ ਮਨ ਮੈਲਾ ਹੁੰਦਾ ਨਾ ਜੀ ਆਪਣਾ, ਤੇ ਸਭ ਕੁਛ ਮੈਲਾ ਹੋ ਜਾਂਦਾ ਹੈ। ਮਨ ਮੈਲਾ ਕਿਵੇਂ ਹੁੰਦਾ ਸੁਣੋ। ਜਦੋਂ ਮਨ ਗੁਰੂ ਦੀ ਗੱਲ ਨਹੀਂ ਸੁਣਦਾ, ਆਪਣੀ ਗੱਲ ਕਰਦਾ ਹੈ, ਜੋ ਕਿ ਅਕਸਰ ਆਪਣੇ ਮਨ ਕਰਦਾ ਹੈ, ਕਿਉਂਕਿ ਗੁਰੂ ਦੀ ਗੱਲ ਤਾਂ ਜਾਣਦਾ ਨਹੀਂ। ਦੋ ਗੱਲਾਂ ਵੱਖਰੀਆਂ ਵੱਖਰੀਆਂ ਨੇ, ਗੁਰੂ ਦੀ ਗੱਲ ਤੇ ਆਪਣੀ ਗੱਲ। ਆਪਣੀ ਗੱਲ ਨੂੰ ਸੰਸਾਰੀ ਗੱਲ ਕਹਿੰਦੇ ਨੇ, ਤੇ ਜਿਹੜੇ ਗੁਰੂ ਦੀ ਗੱਲ ਹੈ ਇਹ ਰੱਬ ਦੀ ਗੱਲ ਹੈ। ਜਿਹੜਾ ਸ਼ਬਦਾਂ ਰਾਹੀਂ ਸਾਡੇ ਮਨ ਨੂੰ ਸਮਝਾਉਣ ਵਾਸਤੇ ਬਾਣੀ ਆਉਂਦੀ, ਅਸੀਂ ਇਹਨਾਂ ਨੂੰ ਗੁਰੂ ਕਹਿੰਦੇ ਹਾਂ। ਅਸੀਂ ਬਾਣੀ ਨੂੰ ਗੁਰੂ ਨਹੀਂ ਮੰਨਦੇ, ਦੇਹਧਾਰੀ ਦੇ ਗੁਰੂ ਦੇ ਮਗਰ ਲੱਗ ਜਾਂਦੇ ਹਾਂ। ਧਿਆਨ ਰੱਖਣਾ, ਉਹਨੂੰ ਗਿਆਨ ਨਹੀਂ ਹੁੰਦਾ ਤੇ ਉਹ ਫਿਰ ਆਪਣੇ ਅਰਥ ਕਰਕੇ ਦੱਸਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਕਿਸੇ ਬੰਦੇ ਦਾ ਦੇਹਧਾਰੀ ਗੁਰੂ ਨਹੀਂ ਬਣਾਉਣਾ, ਸ਼ਬਦ ਨੂੰ ਗੁਰੂ ਬਣਾਉਣਾ। ਇਹ ਨਾਨਕ ਸੱਚੇ ਪਾਤਸ਼ਾਹ ਨੇ ਬਾਰ-ਬਾਰ ਦ੍ਰਿੜ ਕਰਾਇਆ, ਬਾਰ-ਬਾਰ। ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ। ਅੰਧਾ ਉਹਨੂੰ ਕਹਿੰਦੇ ਨੇ ਜਿਹੜਾ ਕਹਿੰਦਾ ਮੈਂ ਸਰੀਰ ਰੂਪੀ ਗੁਰੂ ਆ, ਉਹ ਅੰਨਾ ਹੈ। ਧਿਆਨ ਰੱਖਣਾ, ਜਿਹੜਾ ਕਹਿੰਦਾ ਮੈਂ ਗੁਰੂ ਨਹੀਂ, ਸ਼ਬਦ ਗੁਰੂ ਹੈ, ਉਹ ਜਾਗਦਾ ਗੁਰੂ ਹੈ। ਆਖੋ ਸਤਿਨਾਮ। ਉਹ ਜੀਵਨ 'ਚ ਸੁਜਾਖਾ ਹੈ। ਨਾਨਕ ਸੱਚੇ ਪਾਤਸ਼ਾਹ ਨੂੰ ਸੱਦਾ ਨੇ ਪੁੱਛਿਆ ਸੀ ਕਿ ਮਹਾਰਾਜ ਤੁਹਾਡਾ ਗੁਰੂ ਕੌਣ ਹੈ? ਕਹਿਣ ਲੱਗੇ ਜੀ ਸ਼ਬਦ ਗੁਰੂ ਹੈ। ਆਖੋ ਸਤਿਨਾਮ। ਬਾਣੀ ਗੁਰੂ ਹੈ। ਧਿਆਨ ਰੱਖਣਾ, ਮਹਾਰਾਜ ਨੇ ਇਹ ਨਹੀਂ ਕਿਹਾ ਮੇਰਾ ਕੋਈ ਬੰਦਾ ਗੁਰੂ ਹੈ। ਧਿਆਨ ਰੱਖਿਓ, ਜੀਵਨ ਵਿੱਚ ਜੇ ਤੁਸੀਂ ਸ਼ਬਦ ਨੂੰ ਗੁਰੂ ਮੰਨੋਗੇ, ਕਿਤਨੇ ਬੰਦੇ ਨੇ ਗੁਰੂ ਗ੍ਰੰਥ ਸਾਹਿਬ 'ਚ ਦੇਖੋ, ਤੁਹਾਨੂੰ ਪਤਾ 36 ਮਹਾਂਪੁਰਸ਼ ਨੇ, ਪਰ ਇਹਨਾਂ ਨੂੰ ਅਸੀਂ ਗੁਰੂ ਨਹੀਂ ਕਹਿੰਦੇ। ਇਹਨਾਂ ਵਿੱਚ ਇੱਕ ਰੱਬ ਬੋਲਦਾ ਹੈ, ਉਹ ਸ਼ਬਦ ਨੂੰ ਗੁਰੂ ਕਹਿੰਦੇ ਆ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਧਿਆਨ ਰੱਖਣਾ, ਜੀਵਨ ਵਿੱਚ 10 ਪਾਤਸ਼ਾਹੀਆਂ ਨੂੰ ਅਸੀਂ ਗੁਰੂ ਤਾਂ ਗੁਰੂ ਕਹਿੰਦੇ ਆ ਕਿਉਂਕਿ ਉਹ ਆਪਣੇ ਆਪ ਨੂੰ ਗੁਰੂ ਨਹੀਂ ਸਦਾਉਂਦੇ ਸੀ, ਸ਼ਬਦ ਨੂੰ ਤੇ ਬਾਣੀ ਨੂੰ ਗੁਰੂ ਕਹਾਉਂਦੇ ਤੇ ਕਹਿੰਦੇ ਸੀ। ਆਖੋ ਸਤਿਨਾਮ। ਧਿਆਨ ਰੱਖਣਾ, ਹਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਨਹੀਂ ਮਿਲੀ। ਮਹਾਰਾਜ ਨੇ ਦਸਮ ਪਾਤਸ਼ਾਹ ਨੇ 1708 ਵਿਖੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿੱਚ ਜਾ ਕੇ ਗੱਦੀ ਦਿੱਤੀ ਹੈ, ਪਰ ਬਾਣੀ ਗੁਰੂ ਹਮੇਸ਼ਾ ਤੋਂ ਗੁਰੂ ਰਹੀ ਹੈ। ਚਹੁ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਬਾਣੀ ਵੱਜੀ ਚਹੁ ਜੁਗੀ, ਸੱਚੋ ਸੱਚ ਸੁਣਾਏ। ਮਹਾਰਾਜ ਕਹਿੰਦੇ ਹਨ
ਇਹ ਬਾਣੀ ਅੱਜ ਤੋਂ ਗੁਰੂ ਨਹੀਂ ਹੈ, ਇਹ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਜਦੋਂ ਤੋਂ ਪਵਨ ਆਰੰਭੀ ਹੈ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਦੇਖੋ ਨਾਨਕ ਸੱਚੇ ਪਾਤਸ਼ਾਹ ਦਾ ਸ਼ਬਦ ਹੈ, ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਉਹਨਾਂ ਨੇ ਇਹ ਨਹੀਂ ਕਿਹਾ ਕਿ ਜਿਸ ਤਨ ਤੋਂ ਮੇਰੀ ਮੂਰਤ ਵਿਸਰ ਜਾਏਗੀ ਉਹ ਰੋਗੀ ਹੋ ਜਾਏਗਾ, ਇਹ ਨਹੀਂ ਕਿਹਾ। ਉਹਨਾਂ ਨੇ ਕਿਹਾ ਜਿਸ ਵੀ ਤਨ ਦੇ ਵਿੱਚੋਂ ਬਾਣੀ ਵਿਸਰ ਜਾਏਗੀ ਰੱਬ ਦੀ, ਉਹ ਮਹਾਰਾਜ ਕਹਿੰਦੇ ਪੱਕਾ ਰੋਗੀ ਹੋ ਜਾਣਾ। ਭਾਈ ਆਖੋ ਸਤਨਾਮ। ਦੇਖੋ ਚੌਥੇ ਪਾਤਸ਼ਾਹ ਨੇ ਪਹਿਲਾਂ ਹੀ, ਹਾਲੇ ਆਦ ਬੀੜ ਨਹੀਂ ਲਿਖੀ ਹੋਈ, ਉਸ ਤੋਂ ਪਹਿਲਾਂ ਕਹਿਤਾ ਬਾਣੀ ਗੁਰੂ, ਗੁਰੂ ਹੈ ਬਾਣੀ। ਚੌਥੇ ਪਾਤਸ਼ਾਹ ਦਾ ਸ਼ਬਦ ਹੈ ਇਹ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰ ਹੈ। ਫਿਰ ਪੰਚਮ ਪਾਤਸ਼ਾਹ ਨੇ ਜਿਸ ਵੇਲੇ ਬਾਣੀ ਸੰਗ੍ਰਹਿ ਕੀਤੀ ਤੇ ਮਹਾਰਾਜ ਨੇ ਪਤਾ ਕੀ ਕੀਤਾ, ਆ ਜਿਹੜਾ ਹਰਮੰਦਰ ਸਾਹਿਬ ਬਣਾਇਆ ਸੀ ਚੌਥੇ ਪਾਤਸ਼ਾਹ ਦੇ ਕਹਿਣ ਤੇ, ਕਹਿੰਦੇ ਭਾਈ ਉੱਥੇ ਮਹਾਰਾਜ ਨੇ ਪ੍ਰਕਾਸ਼ ਆਪਣਾ ਨਹੀਂ ਕੀਤਾ, ਉੱਥੇ ਬਾਣੀ ਗੁਰੂ ਦਾ ਪ੍ਰਕਾਸ਼ ਕੀਤਾ। ਪੋਥੀ ਪਰਮੇਸ਼ਰ ਕਾ ਥਾਨ, ਧਿਆਨ ਰੱਖਣਾ। ਸੱਚੇ ਪਾਤਸ਼ਾਹ ਜਿੱਥੇ ਆਰਾਮ ਕਰਦੇ ਸੀ ਨਾ, ਜਿਸ ਵੇਲੇ ਮਹਾਰਾਜ ਆਦ ਬੀੜ ਸੰਕਲਿਤ ਹੋਈ 1604 ਵਿਖੇ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ ਮਹਾਰਾਜ ਪੰਚਮ ਪਾਤਸ਼ਾਹ ਨੇ ਰਾਮਸਰ ਵਿਖੇ। ਮਹਾਰਾਜ ਨੂੰ ਸਿੰਘਾਂ ਨੇ ਕਿਹਾ ਮਹਾਰਾਜ ਹੁਣ ਬੀੜ ਸੰਗਠਿਤ ਹੋ ਗਈ ਹੈ, ਬੀੜ ਦੀ ਮਹਾਰਾਜ ਆਪ ਜੀ ਨੇ ਇਹ ਜਲਦ ਬੀਜ ਬਣਵਾ ਲਈ ਹੈ, ਤੇ ਸੱਚੇ ਪਾਤਸ਼ਾਹ ਹੁਣ ਇਹ ਕਿੱਥੇ ਬਿਰਾਜਮਾਨ ਕਰੋਗੇ? ਕਹਿੰਦੇ ਭਾਈ ਜਿੱਥੇ ਅਸੀਂ ਬਿਰਾਜਦੇ ਹੁੰਦੇ ਸੀ ਨਾ, ਉਹ ਪਲੰਗ ਕੱਢ ਦਿਓ, ਉੱਥੇ ਇੱਕ ਨਵਾਂ ਪਲੰਗ ਬਣੋ। ਤੇ ਉੱਥੇ ਪਲੰਗ ਨਵਾਂ ਬਣਾਇਆ। ਮਹਾਰਾਜ ਆਦ ਬੀੜ ਦਾ ਪ੍ਰਕਾਸ਼ ਉੱਪਰ ਹੁੰਦਾ ਬਿਰਾਜਦੇ, ਤੇ ਮਹਾਰਾਜ ਆਪ ਥੱਲੇ ਚਾਦਰ ਵਿਛਾ ਕੇ ਪੈਂਦੇ। ਧਿਆਨ ਰੱਖਣਾ, ਆਪ ਅੱਜ ਵੀ ਉੱਥੇ ਚਾਦਰ ਵਿਛਾਈ ਜਾਂਦੀ ਹੈ ਕੋਠੇ ਸਾਹਿਬ 'ਚ। ਧਿਆਨ ਰੱਖਣਾ। ਸੋ ਕਹਿਣ ਦਾ ਭਾਵ ਕਿ ਜੀਵਨ 'ਚ ਲੋਕਾਂ ਨੂੰ ਦਿਖਾਇਆ ਕਿ ਭਾਈ ਬਾਣੀ ਹਮੇਸ਼ਾ ਗੁਰੂ ਰਹਿੰਦੀ ਹੈ, ਜੋ ਰੱਬ ਅੰਦਰੋਂ ਬੋਲਦਾ ਹੈ, ਸਭ ਦੇ ਅੰਦਰੋਂ। ਆਖੋ ਸਤਨਾਮ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇਸ ਹਿਊਮਨ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਜਦੋਂ ਤੱਕ ਮਨ ਬੋਲਦਾ ਹੈ, ਇਹਦਾ ਬੋਲਿਆ ਵਿਗਾੜ ਪਾ ਦਿੰਦਾ ਹੈ, ਇਹਦਾ ਬੋਲ ਹੰਕਾਰੀ ਹੁੰਦਾ ਹੈ, ਇਹਦੇ ਬੋਲ ਨਾਲ ਲੋਕ ਟੁੱਟ ਜਾਂਦੇ ਨੇ। ਜਿਸ ਬੋਲਾਂ ਰਾਹੀਂ ਸਾਡਾ ਮਨ ਆਪਣੇ ਰੱਬ ਤੋਂ ਟੁੱਟਦਾ ਹੈ, ਉਹ ਫਿਰ ਹਰੇਕ ਬੰਦੇ ਨੂੰ ਰੱਬ ਤੋਂ ਤੋੜ ਦਿੰਦਾ ਹੈ। ਯਾਦ ਰੱਖੋ, ਜਦੋਂ ਤੁਸੀਂ ਉਸ ਬੋਲ ਨੂੰ ਸੁਣਦੇ ਆ, ਆਪਾਂ ਕਿਹੜੇ ਬੋਲ ਨੂੰ ਸੁਣ ਰਹੇ ਹਾਂ? ਦੇਖੋ ਲਗਾਤਾਰ ਆਪਣੇ ਮਨ ਦੇ ਬੋਲ ਨੂੰ ਸੁਣ ਰਹੇ ਹਾਂ, ਮੰਮੀ ਤੋਂ ਵੀ, ਡੈਡੀ ਤੋਂ ਵੀ, ਦੁਨੀਆ ਤੋਂ ਵੀ, ਹਰ ਬੰਦਿਆਂ ਤੋਂ ਆਪਣੇ ਮਨ ਦੇ ਬੋਲ ਸੁਣਦੇ ਹਾਂ। ਅਸੀਂ ਰੱਬ ਦਾ ਬੋਲ ਨਹੀਂ ਸੁਣ ਰਹੇ, ਨਹੀਂ ਸੁਣਾ ਪਾ ਰਹੇ। ਸਾਨੂੰ ਸਮਝ ਨਹੀਂ ਆ ਰਹੀ, ਸਾਨੂੰ ਫੇਤ ਨਹੀਂ ਆ ਰਿਹਾ, ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਬੋਲਾਂ ਨਾਲ ਅਸੀਂ ਦੁਖੀ ਹੁੰਨੇ ਆ। ਮਹਾਰਾਜ ਕਹਿੰਦੇ ਭਗਤ ਤਾਂ ਜਦੋਂ ਬੋਲੇ ਤੇ ਉਹ ਕੰਮ ਪੂਰਾ ਹੋ ਜਾਏ, ਅਸੀਂ ਤਾਂ ਬੋਲਦੇ ਹਾਂ ਤੇ ਕਲੇਸ਼ ਪੈ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ। ਧਿਆਨ ਰੱਖਿਓ, ਉਹ ਭਗਤ ਦਾ ਬੋਲ ਕੈਸਾ ਹੁੰਦਾ ਹੈ? ਉਹ ਰੋਜ਼ ਆਪਣੇ ਬੋਲਾਂ ਨੂੰ ਘੜਦਾ ਹੈ, ਉਹ ਰੋਜ਼ ਆਪਣੇ ਸ਼ਬਦ ਨੂੰ ਘੜਦਾ ਹੈ। ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਉਹ ਰੋਜ਼ ਗੁਰਦੁਆਰੇ ਆ ਕੇ, ਉਹ ਰੋਜ਼ ਬਾਣੀ ਪੜ੍ਹਦਿਆਂ ਹੋਇਆਂ ਆਪਣੇ ਸ਼ਬਦ ਨੂੰ ਜਿਸ ਵੇਲੇ ਰੱਬ ਦੇ ਸ਼ਬਦ ਨਾਲ ਮਿਲਾਉਂਦਾ ਹੈ, ਫਿਰ ਆਪਣੇ ਸ਼ਬਦ ਨੂੰ ਵਾਰ-ਵਾਰ ਪੜ੍ਹਦਾ ਹੈ। ਪੜ੍ਹਦਾ ਹੋਇਆ ਦੇਖਦਾ ਕਿ ਤਾਂ ਮੈਂ ਬੋਲਦਾ ਸੀ, ਹੁਣ ਤਾਈਂ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਮੈਂ ਬੋਲਦਾ ਕਿਵੇਂ ਤਰ ਸਕਦਾ। ਮੈਂ ਤਾਂ ਤਰੂੰਗਾ ਤਾਂ ਜਦੋਂ ਮੇਰੇ ਮਨ ਦੇ ਅੰਦਰ ਜਿਹੜਾ ਰੱਬ ਵਸਦਾ ਉਹ ਬੋਲਣ ਲੱਗੇ। ਉਹ ਕਿਵੇਂ ਬੋਲੇਗਾ? ਜਦੋਂ ਮੈਂ ਉਸ ਨੂੰ ਬੋਲਾਂਗਾ। ਅੱਜ ਤੱਕ ਮੈਂ ਆਪਣੇ ਰੱਬ ਨੂੰ ਬੋਲ ਨਹੀਂ ਪਾਇਆ ਜਦੋਂ ਮੈਨੂੰ ਬੁਲਾਉਂਦਾ ਹੈ। ਖਿਆਲ ਰੱਖਿਓ, ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਆਪਣੇ ਘਰ ਵਿੱਚ ਰੱਬ ਹੋਵੇ, ਆਪਾਂ ਰੱਬ ਨਾਲ ਕਦੇ ਗੱਲ ਕੀਤੀ? ਅਸੀਂ ਮਾਂ ਨਾਲ ਗੱਲ ਕੀਤੀ ਹੈ, ਪਿਓ ਨਾਲ ਗੱਲ ਕੀਤੀ ਹੈ, ਬੱਚਿਆਂ ਨਾਲ ਗੱਲ ਕੀਤੀ ਹੈ, ਪਤੀ ਨਾਲ ਗੱਲ ਕੀਤੀ ਹੈ, ਪਤਨੀ ਨਾਲ ਗੱਲ ਕੀਤੀ ਹੈ, ਦੁਨੀਆ ਦੇ ਨਾਲ ਗੱਲ ਕੀਤੀ ਹੈ। ਰੱਬ ਨਾਲ ਕਦੇ ਵੀ ਬੈਠ ਕੇ ਗੱਲ ਨਹੀਂ ਕੀਤੀ। ਆਪਣੇ ਹੀ ਘਰ ਵਿੱਚ ਰੱਬ ਵਸਦਾ ਹੈ। ਮਹਾਰਾਜ ਕਹਿੰਦੇ ਸਭ ਕੁਛ ਘਰ ਮੇਂ, ਬਾਹਰ ਨਹੀਂ। ਬਾਹਰ ਟੋਲੇ ਸੋ ਭਰਮ ਭੁਲਾਹੀ। ਕਹਿੰਦੇ ਜੀਵਨ ਵਿੱਚ ਜੇ ਰੱਬ ਮੇਰੇ ਵਿੱਚ ਵਸਦਾ ਹੈ, ਇਹਨੂੰ ਸਰੀਰ ਨੂੰ ਹਰਮੰਦਰ ਕਹਿੰਦੇ ਨੇ। ਤੁਹਾਨੂੰ ਪਤਾ ਹੈ, ਮਹਾਰਾਜ ਕਹਿੰਦੇ ਹਰਮੰਦਰ ਇਹੋ ਸਰੀਰ ਹੈ, ਹਰਮੰਦਰ ਇਹੋ ਸਰੀਰ ਹੈ। ਗਿਆਨ ਰਤਨ ਪ੍ਰਗਟ ਹੋਏ। ਅਸੀਂ ਜਦੋਂ ਤੱਕ ਗਿਆਨ ਨਹੀਂ ਲਵਾਂਗੇ, ਇਹ ਰਤਨ ਪ੍ਰਗਟ ਨਹੀਂ ਹੋਏਗਾ, ਇਹ ਸਮਝ ਨਹੀਂ ਆਏਗੀ ਸਾਡੇ ਮਨ ਨੂੰ। ਕਿੰਨੀ ਉਮਰ ਹੋ ਗਈ ਦੇਖੋ ਆਪਣੀ,
ਕਿੰਨੀ ਉਮਰ ਆ ਸਾਡੇ ਨਿਗਾਹ ਦੇ ਵਿੱਚ ਲੋਕਾਂ ਦੀ ਨਿਕਲ ਗਈ, ਆਪਣੀ ਕਿਵੇਂ ਨਿਕਲ ਰਹੀ ਹੈ। ਅੱਜ ਤੱਕ ਸਾਡੇ ਮਨ ਨੂੰ ਇਹ ਫੇਥ ਨਹੀਂ ਆਇਆ, ਟਰਸਟ ਨਹੀਂ ਆਇਆ, ਰੱਬ ਮੇਰੇ ਵਿੱਚ ਵਸਦਾ ਹੈ। ਆਖੋ ਸਤਨਾਮ। ਮਹਾਰਾਜ ਕਹਿੰਦੇ ਸਭ ਕੁਛ ਘਰ ਮੇਂ ਬਾਹਰ ਨਹੀਂ, ਬਾਹਰ ਟੋਲਾ ਸੋ ਭਰਮ ਭੁਲਾਹੀ। ਜਿਹੜਾ ਰੱਬ ਨੂੰ ਬਾਹਰ ਭਾਲੇਗਾ ਨਾ ਜੀ, ਉਹ ਭਰਮਾਂ ਵਿੱਚ ਭੁੱਲਿਆ ਹੋਇਆ ਹੈ। ਬਾਹਰ ਮੂਲ ਨਾ ਖੋਜੀਏ, ਘਰ ਮਾਹੇ ਵਿਧਾਤਾ। ਮੇਰੇ ਘਰ ਵਿੱਚ ਰੱਬ ਵਸਦਾ ਹੋਵੇ ਤੇ ਰੱਬ ਨਾਲ ਮੈਂ ਨਾ ਵਸਾਂ, ਮੇਰੇ ਘਰ ਵਿੱਚ ਰੱਬ ਵਸਦਾ ਹੋਵੇ, ਮੈਨੂੰ ਉਹ ਤੇ ਫੇਤ ਨਾ ਆਵੇ ਜਿਹਨੂੰ ਮੈਂ ਅੰਤਰਜਾਮੀ ਕਹਿਣਾ। ਧਿਆਨ ਰੱਖਿਓ, ਜੋ ਮੇਰੇ ਅੰਤਰ ਦੀ ਸਾਖੀ ਸਭ, ਮੈਂ ਹਾਲੇ ਤੁਹਾਨੂੰ ਬੋਲਦਾ ਤਾਂ ਬਾਅਦ 'ਚ ਪਤਾ ਲੱਗੂਗਾ, ਮੇਰੇ ਬੋਲਣ ਤੋਂ ਪਹਿਲਾਂ ਉਹ ਜਾਣਦਾ ਹੈ ਮੈਂ ਕੀ ਬੋਲਾਂਗਾ। ਆਖੋ ਸਤਨਾਮ। ਉਹ ਮੇਰਾ ਅੰਤਰਜਾਮੀ ਹੈ। ਜਿਸ ਨੂੰ ਤੁਸੀਂ ਰੱਬ ਕਹਿੰਦੇ ਹੋ ਨਾ, ਉਹ ਰੱਬ ਤੁਹਾਡਾ ਸਾਡਾ ਅੰਤਰਜਾਮੀ ਹੈ। ਸਾਡੇ ਮਨ ਨੂੰ ਜਿਸ ਵੇਲੇ ਪਤਾ ਲੱਗ ਜਾਏਗਾ ਨਾ ਕਿ ਉਹ ਅੰਤਰਜਾਮੀ ਅੰਦਰ ਦੀ ਜਾਣਦਾ, ਫਿਰ ਮਨ ਬੁਰੇ ਕੰਮ ਕਰਨੋਂ ਹਟ ਜਾਏਗਾ। ਧਿਆਨ ਰੱਖਣਾ, ਸਾਡਾ ਮਨ ਉਦੋਂ ਤੱਕ ਬੁਰੇ ਕੰਮ ਕਰਦਾ ਹੈ, ਉਦੋਂ ਤੱਕ ਝੂਠ ਬੋਲਦਾ ਹੈ, ਜਦੋਂ ਤੱਕ ਮਨ ਨੂੰ ਹਾਲੇ ਟਰਸਟ ਨਹੀਂ ਆ ਰਿਹਾ। ਭਾਈ ਆਖੋ ਸਤਨਾਮ। ਜਦੋਂ ਤੱਕ ਮਨ ਨੂੰ ਹਾਲੇ ਫੇਤ ਨਹੀਂ ਆ ਰਿਹਾ, ਜਦੋਂ ਤੱਕ ਸਾਡਾ ਮਨ ਹਾਲੇ ਗਤੀਸ਼ੀਲ ਨਹੀਂ ਹੋਇਆ, ਜਦੋਂ ਤੱਕ ਸਾਡੇ ਮਨ ਨੂੰ ਹਾਲੇ ਪ੍ਰੋਗਰੈਸ ਨਹੀਂ ਮਿਲੀ, ਸਾਡਾ ਮਨ ਉਦੋਂ ਤੱਕ ਝੂਠ ਬੋਲਦਾ ਹੈ, ਸਾਡਾ ਮਨ ਉਦੋਂ ਤੱਕ ਆਪਣੇ ਆਪ ਨੂੰ ਜਨਾਉਂਦਾ ਹੈ, ਸਾਡਾ ਮਨ ਆਪਣੇ ਰੱਬ ਤੇ ਫੇਤ ਨਹੀਂ ਲਾਉਂਦਾ ਹੈ, ਸਾਡੇ ਸ਼ਬਦ ਨਹੀਂ ਖਤਮ ਹੁੰਦੇ, ਸਾਡਾ ਸ਼ਬਦ ਮਰ ਜਾਏ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਸਭ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਆ ਜਿਹੜਾ ਸਾਡਾ ਮਨ ਬੋਲਦਾ, ਕਿਉਂ ਬੋਲਦਾ ਹੈ? ਕਦੇ ਪੁੱਛਿਆ ਸਾਡੇ ਮਨ ਨੂੰ ਆਪਾਂ ਨੇ? ਆਪਣੇ ਮਨ ਨਾਲ ਕਦੇ ਝਗੜਾ ਕੀਤਾ? ਕਹਿੰਦੇ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ, ਮਨ ਜੋ ਇੱਛਾ ਸੋ ਲਹੇ, ਸੱਚੇ ਸ਼ਬਦ ਸੁਭਾਏ। ਕਹਿੰਦੇ ਭਾਈ ਆਪਣੇ ਮਨ ਨੂੰ ਪੁੱਛੋ। ਮਨ ਨੂੰ ਜਿਵੇਂ ਆਪਾਂ ਬੱਚਿਆਂ ਨੂੰ ਪੁੱਛਦੇ ਆ, ਦੂਜਿਆਂ ਨੂੰ ਪੁੱਛਦੇ ਆ, ਪਤੀ ਨੂੰ ਪੁੱਛਦੇ ਆ, ਪਤਨੀ ਨੂੰ ਪੁੱਛਦੇ ਆ, ਮਾਤਾ ਪਿਤਾ ਨੂੰ ਪੁੱਛਦੇ ਆ ਨਾ ਆਪਾਂ, ਤੇ ਆਪਣੇ ਮਨ ਨਾਲ ਕਦੇ ਆਪਾਂ ਪੁੱਛਿਆ ਕਿ ਮਨਾ ਜਿਸ ਰੱਬ ਨੂੰ ਤੂੰ ਬੋਲਦਾ ਹੈ, ਆ ਦੇ ਦਿਓ, ਆ ਦੇ ਦਿਓ, ਆ ਦੇ ਦਿਓ, ਕੋਈ ਰੱਬ ਕੋਈ ਬੱਚਾ ਹੈ, ਕੋਈ ਨਿਆਣਾ ਹੈ? ਤੂੰ ਇਸ ਤਰ੍ਹਾਂ ਬੋਲੀ ਜਾਂਦਾ ਹੈ। ਕਦੇ ਮਨ ਨਾਲ ਗੱਲ ਕੀਤੀ ਹੈ? ਮਨ ਨੂੰ ਕਿਹਾ ਕਿ ਉਹ ਰੱਬ ਜਾਣਦਾ ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗਿਆ ਕੀਚੈ ਅਰਦਾਸ। ਜਿਸ ਮਨ ਨੂੰ ਪਤਾ ਲੱਗ ਜੂਗਾ ਨਾ ਕਿ ਮੇਰਾ ਮਨ ਅੰਤਰਜਾਮੀ ਹੈ, ਬਿਨਾਂ ਬੋਲਿਆ ਜਾਣਦਾ, ਫਿਰ ਮਨ ਬੋਲਣੋਂ ਹਟ ਜਾਏਗਾ। ਜੇ ਹਾਲੇ ਨਹੀਂ ਹਟਿਆ, ਹਾਲੇ ਬੋਲਦਾ ਹੈ, ਤੇ ਮਨ ਨੂੰ ਹਾਲੇ ਯਕੀਨ ਨਹੀਂ ਆਇਆ। ਇਹ ਸੱਤ ਕਰਕੇ ਜਾਣੋ, ਸੱਤ ਕਰਕੇ ਜਾਣੋ, ਇਹਦੇ ਭੁਲੇਖੇ 'ਚ ਨਾ ਜਾਇਓ, ਇਹ ਮਨ ਨੂੰ ਸਮਝਾਓ। ਮਹਾਰਾਜ ਕਹਿੰਦੇ ਹਨ ਇੱਥੇ ਰੱਬ ਨੂੰ ਬੋਲਣ ਦੱਸਣ ਵਾਸਤੇ ਨਹੀਂ ਆਈਦਾ, ਇੱਥੇ ਰੱਬ ਤੋਂ ਪੁੱਛਣ ਆਈਦਾ। ਆਖੋ ਸਤਨਾਮ। ਧਿਆਨ ਰੱਖਣਾ, ਇੱਥੇ ਰੱਬ ਤੋਂ, ਰੱਬ ਦਾ ਨਾਮ ਨਹੀਂ ਜਪਿਆ ਜਾ ਰਿਹਾ, ਉਹ ਪੁੱਛਣ ਆਈਦਾ ਮਹਾਰਾਜ ਮੈਥੋਂ ਜਪਿਆ ਨਹੀਂ ਜਾ ਰਿਹਾ। ਧਿਆਨ ਰੱਖਣਾ, ਮਹਾਰਾਜ ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮੇਰਾ ਰੱਬ ਮੇਰੇ ਮੌਕੇ ਤੇ ਮੈਨੂੰ ਜਿਹੜੀ ਚੀਜ਼ ਦੇਣੀ ਹੈ ਉਹ ਬਿਨਾਂ ਮੰਗਿਆਂ ਦਿੰਦਾ ਹੈ। ਤੁਹਾਨੂੰ ਪਤਾ ਕਮਿਊਨਿਸਟਾਂ ਨੂੰ ਵੀ ਮਿਲਦਾ ਹੈ, ਜਿਹੜੇ ਰੱਬ ਨੂੰ ਨਹੀਂ ਜਾਣਦੇ, ਨਹੀਂ ਪੁੱਛਦੇ, ਨਹੀਂ ਗੱਲ ਕਰਦੇ, ਨਹੀਂ ਸਮਝਦੇ, ਰੱਬ ਉਹਨਾਂ ਨੂੰ ਵੀ ਦਿੰਦਾ ਹੈ? ਨਹੀਂ ਦਿੰਦਾ। ਧਿਆਨ ਰੱਖਿਓ, ਸਭ ਨੂੰ ਦਿੰਦਾ ਹੈ, ਉਹ ਤਾਂ ਸਭ ਨੂੰ ਦਿੰਦਾ, ਬਿਨਾਂ ਮੰਗਿਆਂ ਦਿੰਦਾ ਹੈ। ਪਰ ਬੰਦਾ ਦੁਖੀ ਉਦੋਂ ਹੁੰਦਾ ਹੈ ਜਦੋਂ ਬੰਦਾ ਦੂਜੇ ਨੂੰ ਦੇਖ ਕੇ ਕਹਿੰਦਾ ਉਹਨੂੰ ਤਾਂ ਮਿਲ ਗਿਆ, ਮੈਨੂੰ ਨਹੀਂ ਮਿਲਿਆ। ਧਿਆਨ ਰੱਖਣਾ, ਬੰਦਾ ਦੁਖੀ ਉਦੋਂ ਹੁੰਦਾ ਹੈ ਜਦੋਂ ਬੰਦਾ ਰੱਬ ਜਦੋਂ ਦੇਣਾ ਹੈ ਉਹ ਦੇਗਾ ਕਰਕੇ ਵਿਸ਼ਵਾਸ ਨਹੀਂ ਆਉਂਦਾ, ਤਾਂ ਦੁਖੀ ਹੁੰਦਾ ਹੈ। ਧਿਆਨ ਰੱਖਣਾ, ਜਿਸ ਵੇਲੇ ਮਨ ਨੂੰ ਰੱਬ ਤੇ ਵਿਸ਼ਵਾਸ ਹੋਵੇ ਨਾ ਕਿ ਮੇਰਾ ਰੱਬ ਸਮਰੱਥ ਹੈ, ਮੇਰਾ ਰੱਬ ਇਤਨਾ ਤਾਕਤਵਰ ਹੈ ਕਿ ਉਹ ਮੇਰੇ ਬਿਨਾਂ ਮੰਗਿਆਂ ਮੈਨੂੰ ਦਿੰਦਾ ਹੈ। ਆਖੋ ਸਤਨਾਮ। ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਪੜ੍ਹਦੇ ਹੋ ਨਾ ਆਪਾਂ, ਪਰ ਮਨ ਨੂੰ ਵਿਸ਼ਵਾਸ ਨਹੀਂ ਆ ਰਿਹਾ। ਮਨ ਨੂੰ ਵਿਸ਼ਵਾਸ 'ਚ ਲੈ ਕੇ ਆਓ, ਵਿਸ਼ਵਾਸ ਦੇ ਘਰ ਵਿੱਚ ਲੈ ਕੇ ਆਓ। ਜਿਸ ਘਰ ਦੇ ਵਿੱਚ ਵਿਸ਼ਵਾਸ ਨਹੀਂ ਹੁੰਦਾ ਉਹ ਘਰ ਟਿਕਦਾ ਨਹੀਂ ਹੈ। ਯਾਦ ਰੱਖਿਓ, ਜੇ ਤੁਹਾਨੂੰ ਪਤਨੀ ਤੇ ਵਿਸ਼ਵਾਸ ਨਹੀਂ, ਘਰ ਟਿਕੇਗਾ ਕਦੇ? ਜੇ ਤੁਹਾਨੂੰ ਪਤੀ ਤੇ ਵਿਸ਼ਵਾਸ ਨਹੀਂ, ਘਰ ਟਿਕੇਗਾ ਕਦੇ? ਜੇ ਤੁਹਾਨੂੰ ਬੱਚਿਆਂ ਤੇ ਵਿਸ਼ਵਾਸ ਨਹੀਂ, ਘਰ ਵਸ ਸਕਦਾ? ਜੇ ਤੁਹਾਨੂੰ ਆਪਣੇ ਨੌਕਰ ਤੇ ਵਿਸ਼ਵਾਸ ਨਹੀਂ ਤੇ ਨੌਕਰ ਨੂੰ ਮਾਲਕ ਤੇ ਵਿਸ਼ਵਾਸ ਨਹੀਂ, ਉਹ ਕਦੇ ਕੰਮ ਹੋ ਸਕਦਾ? ਨਹੀਂ ਹੋ ਸਕਦਾ। ਯਾਦ ਰੱਖਿਓ, ਸਾਡੇ ਮਨ ਨੂੰ ਹਾਲੇ ਸਮਝ ਨਹੀਂ ਆ ਰਹੀ
ਕਿ ਮੇਰਾ ਮਨ ਕਿੰਨਾ ਹਾਲੇ ਰੱਬ ਤੋਂ ਦੂਰ ਹੈ। ਆਖੋ ਸਤਨਾਮ। ਐ ਗੁਰਸਿੱਖੋ ਆਪਣੇ ਮਨ ਨੂੰ ਸਮਝਾਓ ਬਾਰ-ਬਾਰ। ਕਹਿੰਦੇ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ। ਇੱਕ ਮਾਤਰ ਵੀ, ਇੱਕ ਸੈਕਿੰਡ ਮਾਤਰ ਵੀ ਤੈਂ ਇਸ ਤਰ੍ਹਾਂ ਰੱਬ ਨੂੰ ਯਾਦ ਕੀਤਾ? ਨਹੀਂ ਕੀਤਾ, ਨਹੀਂ ਹੋ ਪਾ ਰਿਹਾ। ਹਾਲੇ ਵੀ ਸਿਮਰਨ ਦਾ ਅਰਥ ਸੁਣਿਓ। ਸਿਮਰਨ ਦਾ ਅਰਥ ਹੈ ਸ਼੍ਰੇਸ਼ਟ ਮਰਨ। ਮੇਰਾ ਮਰਨਾ ਰੱਬ ਦਾ ਹੋਣਾ ਹੈ, ਸਰੀਰ ਤੋਂ ਮਰਨਾ ਨਹੀਂ, ਮਨ ਦਾ ਮਰਨਾ। ਮਨ ਮਾਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ। ਮੇਰਾ ਮਨ ਤਾਂ ਮਰਦਾ ਨਹੀਂ ਹੈ, ਮੈਂ ਫਿਰ ਜਨਮ ਲੈਣਾ। ਮਹਾਰਾਜ ਕਹਿੰਦੇ ਇਹ ਮਨ ਕੇਤੜਿਆਂ ਜੁਗ ਭਰਮਿਆ। ਜਦੋਂ ਮਨ ਨਾ ਮਰੇ, ਮਹਾਰਾਜ ਕਹਿੰਦੇ ਮਨ ਮੁੱਖਾਂ ਨੂੰ ਫਿਰ ਜਨਮ ਹੈ। ਯਾਦ ਰੱਖਿਓ, ਜਿਹੜਾ ਸਾਡਾ ਮਨ ਹੈ, ਜਿਹੜਾ ਆਪਣੇ ਮੁੱਖ ਰੱਖ ਕੇ ਚੱਲਦਾ ਹੈ ਕਿ ਮੈਂ ਜਾਣਦਾ ਜੀ, ਮੈਨੂੰ ਪਤਾ ਹੈ ਜੀ, ਮੈਂ ਸਿਆਣਾ ਜੀ, ਹੈ ਨਾ। ਆ ਜਿਹੜਾ ਸਾਡਾ ਮਨ ਬੋਲਦਾ ਹੈ, ਮਹਾਰਾਜ ਕਹਿੰਦੇ ਇਹਨੂੰ ਫਿਰ ਜਨਮ ਲੈਣਾ ਪਊਗਾ। ਕਹਿੰਦੇ ਜਿੰਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨ ਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਯਾਦ ਰੱਖਿਓ, ਐ ਗੁਰਸਿੱਖੋ, ਸਾਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗ ਰਹੀਆਂ ਨੇ। ਸਾਨੂੰ ਇਸ ਗੱਲ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਯਾਦ ਰੱਖਿਓ, ਜਿਹੜੀਆਂ ਗੱਲਾਂ ਆਪਾਂ ਮਨ ਤੇ ਵਿਛਾ ਕੇ ਚੱਲ ਰਹੇ ਹਾਂ, ਆਏ ਅਸੀਂ ਅੱਗੇ ਚੱਲ ਨਹੀਂ ਪਾਵਾਂਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਏ ਰੇ। ਇਹ ਰੱਬ ਦਾ ਹੁਕਮ ਹੈ, ਜਿਹਨੂੰ ਮੰਨਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਸਿਮਰਨ ਦਾ ਅਰਥ ਹੈ ਸ਼੍ਰੇਸ਼ਟ ਮਰਨਾ। ਅੱਜ ਤੱਕ ਮੈਂ ਮਰਨਾ ਨਹੀਂ ਸਿੱਖਿਆ। ਯਾਦ ਰੱਖਿਓ, ਸਰੀਰ ਕਰਕੇ ਮੈਂ ਮਰ ਜਾਣਾ, ਪਰ ਮਨ ਕਰਕੇ ਮਰਦਾ ਨਹੀਂ ਹਾਂ, ਤੇ ਮਨ ਭਟਕਦਾ ਰਹਿੰਦਾ ਹੈ। ਆਖੋ ਸਤਨਾਮ। ਇਹ ਮਨ ਕੇਤੜਿਆਂ ਜੁਗ ਭਰਮਿਆ। ਕਈ ਯੁਗਾਂ ਤੋਂ ਭਰਮ ਰਿਹਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਮ ਸੇ ਕਮ ਆ ਜਨਮ ਤਾਂ ਘੱਟ ਬੈਠੇ ਰੱਬ ਦੇ ਲੇਖੇ ਲਾ ਦਿਓ। ਆਪਣੇ ਮਨ ਨੂੰ ਕਹੋ ਤਾਂ ਸਹੀ ਕਿ ਮੇਰੇ ਮਨਾ, ਤੇਰੇ ਨਾਲ ਰੱਬ ਵਸਦਾ ਹੈ, ਤੂੰ ਕਿਉਂ ਡਰਦਾ ਹੈ। ਕਹਿੰਦੇ ਨਿਰਭਉ ਸੰਗ ਤੁਮਾਰੇ ਬਸਤੇ, ਇਹ ਡਰਨ ਕਹਾਂ ਤੇ ਆਇਆ। ਕਹਿੰਦੇ ਡਰ ਡਰ ਮਰਤੇ ਜਬ ਜਾਨੀਏ ਦੂਰ। ਖਿਆਲ ਰੱਖਿਓ, ਹਾਲੇ ਸਾਡਾ ਮਨ ਡਰਦਾ ਇਸ ਵਾਸਤੇ ਹੈ ਕਿ ਰੱਬ ਨੂੰ ਦੂਰ ਸਮਝੀ ਬੈਠਾ ਹੈ। ਆਖੋ ਸਤਨਾਮ। ਦੂਰ ਸਮਝੀ ਬੈਠਾ। ਜੇ ਮਨ ਨੂੰ ਘੱਟ ਬੈਠੇ ਰੱਬ ਤੇ ਯਕੀਨ ਹੋ ਜਾਏ ਨਾ ਜੀ, ਤੂੰ ਭਰਪੂਰ ਜਾਣਿਆ ਮੈਂ ਦੂਰ। ਕਹਿੰਦੇ ਤੂੰ ਮੇਰੇ ਵਿੱਚ ਭਰਪੂਰ ਹੋ ਕੇ ਵਰਤਦਾ ਹੋਵੇਂ, ਮੇਰਾ ਮਨ ਤੈਨੂੰ ਦੂਰ ਸਮਝੇ। ਹੁਣ ਆਹ ਸ਼ਬਦ ਦਾ ਧਿਆਨ ਰੱਖਿਓ। ਸਿਮਰਨ ਦਾ ਅਰਥ ਹੈ ਸਰੀਰ ਕਰਕੇ ਆਪਾਂ ਮਰ ਜਾਂਦੇ ਹਾਂ, ਮਨ ਕਰਕੇ ਮਰਦੇ ਨਹੀਂ ਹੈ, ਤੇ ਸਾਡਾ ਮਰਨਾ ਬੇਕਾਰ ਹੋ ਜਾਂਦਾ ਹੈ। ਜਿਹਨੂੰ ਕਹਿੰਦੇ ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੀ ਨਾ ਜਾਣਿਆ ਕੋਈ। ਅੱਜ ਤੱਕ ਮਰਨਾ ਨਹੀਂ ਜਾਣਿਆ ਅਸੀਂ। ਮਹਾਰਾਜ ਕਹਿੰਦੇ ਜਹ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੂੰ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨੀ ਰਾਮ ਨਾ ਜਾਣਿਆ। ਯਾਦ ਰੱਖਿਓ, ਮੈਂ ਰਮੇ ਹੋਏ ਰਾਮ ਨੂੰ ਅੱਜ ਤੱਕ ਨਹੀਂ ਜਾਣਿਆ ਭਾਈ। ਆਖੋ ਸਤਨਾਮ। ਨਹੀਂ ਜਾਣ। ਮੈਂ ਇਹ ਨਹੀਂ ਰਮਿਆ ਹੋਏ ਦਾ ਨਾਮ ਦਾ ਪਹਿਲਾਂ ਥੋੜਾ ਜਿਹਾ ਝਲਕ ਦੇਖੋ। ਰਮੇ ਹੋਏ ਰਾਮ ਦਾ ਅਰਥ ਹੈ ਜੋ ਰੱਬ ਮੇਰੇ ਵਿੱਚ ਵਸਦਾ, ਤੇ ਜਦੋਂ ਕੰਮ ਕਰੇ ਤੇ ਮੈਂ ਲੋਕਾਂ ਨੂੰ ਕਹਾਂ ਇਹ ਮਾਲਕ ਨੇ ਕਰਾਇਆ ਜੀ ਤਾਂ ਮੈਥੋਂ ਹੋਇਆ, ਨਹੀਂ ਤਾਂ ਮੈਥੋਂ ਨਹੀਂ ਹੋਣਾ ਸੀ। ਤਾਂ ਸਮਝੋ ਮੈਂ ਰਮੇ ਹੋਏ ਰਾਮ ਨਾਲ ਰਮਨ ਲੱਗ ਗਿਆ। ਜਦੋਂ ਮੈਂ ਕੀਰਤਨ ਗਾਵਾਂ ਤੇ ਮੈਂ ਕੀਰਤਨ ਗਾਉਂਦਿਆਂ ਹੋਇਆਂ ਗਾਉਂਦਿਆਂ ਮਹਿਸੂਸ ਕਰਾਂ ਕਿ ਮੈਂ ਨਹੀਂ ਗਾ ਰਿਹਾ ਮਾਲਕ, ਤੂੰ ਗਵਾ ਰਿਹਾ, ਤਾਂ ਮੈਂ ਗਾ ਪਾ ਰਿਹਾ, ਹੈ ਨਾ। ਜਦੋਂ ਸਿਮਰਨ ਕਰੀਏ, ਸਿਮਰਨ ਕਰਦਿਆਂ ਮਹਿਸੂਸ ਹੋਵੇ ਮਨ ਨੂੰ ਕਿ ਮੈਂ ਸਿਮਰਨ ਤਾਂ ਕਰ ਰਿਹਾ ਕਿਉਂਕਿ ਤੂੰ ਕਰਾ ਰਿਹਾ। ਧਿਆਨ ਰੱਖਣਾ, ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਜਦੋਂ ਆਪਾਂ ਸੇਵਾ ਕਰੀਏ, ਸੇਵਾ ਕਰਦਿਆਂ ਹੋਏ ਮਨ ਨੂੰ ਲੱਗੇ ਮਾਲਕ ਤੂੰ ਸੇਵਾ ਕਰਾ ਰਿਹਾ, ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ। ਯਾਨੀ ਮੇਰਾ ਦੂਜਾ ਭਾਵ ਕਦੇ ਨਾ ਕਹੇ ਮੈਂ ਸੇਵਾ ਕੀਤੀ, ਇਹ ਦੂਜਾ ਭਾਵ ਹੈ। ਮੇਰਾ ਮਨ ਕਹਿ ਸਕੇ ਮੈਂ ਸੇਵਾ ਤਾਂ ਕਰੀ ਕਿਉਂਕਿ ਤੈਂ ਕਰਾਈ। ਆਖੋ ਸਤਨਾਮ। ਹਾਲੇ ਉਸ ਘਰ 'ਚ ਨਹੀਂ ਆ ਰਿਹਾ ਸਾਡਾ ਮਨ ਉਸ ਘਰ ਦੇ ਫੇਤ ਵਿੱਚ ਨਹੀਂ ਆ ਰਿਹਾ, ਟਰਸਟ ਵਿੱਚ ਨਹੀਂ ਆ ਰਿਹਾ। ਸੋ ਸੱਚੇ ਪਾਤਸ਼ਾਹ ਕਹਿੰਦੇ ਸਿਮਰਨ ਹੈ ਨਿਮਖ ਕੀਨ। ਇੱਕ ਨਿਮਖ ਨਹੀਂ ਸਾਡੇ ਮਨ ਨੇ ਅੱਜ ਤੱਕ ਸਿਮਰਨ ਕੀਤਾ। ਯਾਦ ਰੱਖਣਾ, ਇੱਕ ਨਿਮਖ ਦਾ ਅਰਥ ਹੈ ਕਿ ਕਿਤੇ ਵੀ ਕਰਕੇ ਇਹ ਨਹੀਂ ਕਹਿ ਪਾਇਆ ਮਾਲਕ ਤੈਂ ਕਰਾਇਆ ਸੀ ਤਾਂ ਹੋਇਆ। ਆਖੋ ਸਤਨਾਮ। ਨਹੀਂ ਕਹਿ ਪਾਇਆ। ਲੋਕਾਂ ਨੂੰ ਦੱਸਿਆ ਸਕਾਂ ਸੀ ਕਰਕੇ ਮੈਂ ਕਰਤਾ ਜੀ, ਮੈਂ ਸਵੇਰੇ ਉੱਠਦਾ ਜੀ, ਮੈਂ ਰੋਜ਼ ਪਾਠ ਕਰਦਾ ਜੀ। ਮਹਾਰਾਜ ਕਹਿੰਦੇ ਜਿੰਨਾ ਬੰਦਾ ਐਸਾ ਹੰਕਾਰੀ ਹੋ ਜਾਂਦਾ ਸਿਮਰਨ ਕਰਦਿਆਂ ਅਨਕ ਤਪੱਸਿਆ ਕਰੇ ਹੰਕਾਰ,
ਨਰਕ ਸੁਰਗ ਫਿਰ ਅਵਤਾਰ, ਫਿਰ ਜਨਮ ਲਊਗਾ। ਮਹਾਰਾਜ ਸੱਚੇ ਪਾਤਸ਼ਾਹ ਦਾ ਹੁਣ ਸ਼ਬਦ ਸੁਣਿਓ, ਕਹਿੰਦੇ ਦਾਰਾ ਸੁਖ ਭਇਓ ਦੀਨ। ਦਾਰਾ ਸੁਖ ਦਾ ਅਰਥ ਸੁਣਿਓ ਜੀ। ਦਾਰਾ ਕਹਿੰਦੇ ਨੇ ਇਸਤਰੀ ਨੂੰ। ਇਸਤਰੀ ਦਾ ਅਰਥ ਹੈ, ਕਹਿੰਦੇ ਇਸ ਜਗ ਮੇਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਆਖੋ ਸਤਨਾਮ। ਇਹ ਸਭ ਜੀਵ ਰੂਪੀ ਇਸਤਰੀਆਂ ਨੇ। ਅਸੀਂ ਸੰਸਾਰ ਦੀ ਮਾਇਆ ਦਾ ਸੁਖ ਲੈਨੇ ਆ। ਇਹ ਸਰੀਰ ਮਾਇਆ ਕਾ ਪੁਤਲਾ, ਧਿਆਨ ਰੱਖਿਓ, ਚਾਹੇ ਔਰਤ ਦਾ ਹੈ ਚਾਹੇ ਮਰਦ ਦਾ ਹੈ, ਉਹਨੂੰ ਦਾਰਾ ਕਹਿੰਦੇ ਨੇ। ਮਹਾਰਾਜ ਅੱਗੇ ਜਾ ਕੇ ਅਖੀਰ 'ਚ ਸ਼ਬਦ ਕਹਿਣਗੇ ਨਾ, ਸੱਚੇ ਪਾਤਸ਼ਾਹ ਕਹਿਣਗੇ ਜੀਵਨ ਵਿੱਚ, ਕਹਿੰਦੇ ਮਾਇਆ ਸ਼ਬਦ ਵਰਤਣਗੇ। ਇੱਥੇ ਦੇਖਿਓ, ਸਿਮਰਤ ਨਹਿ ਕਿਉਂ ਮੁਰਾਰ ਮਾਇਆ ਜਾਂ ਕੀ ਚੇਰੀ। ਮਾਇਆ ਕਹਿੰਦੇ ਇਹ ਜਿਤਨੀ ਸੰਸਾਰ ਦੀ ਅਵਸਥਾ ਹੈ, ਇਹ ਰੱਬ ਦੀ ਚੇਰੀ ਹੈ, ਇਹ ਰੱਬ ਦੀ ਸੇਵਕ ਹੈ। ਸੱਚੇ ਪਾਤਸ਼ਾਹ ਕਹਿੰਦੇ ਉਸ ਰੱਬ ਦਾ ਤੈਂ ਸਿਮਰਨ ਕੀਤਾ ਜਿਹੜਾ ਮੁਰਾਰ ਹੈ। ਮੁਰਾਰ ਦਾ ਜਿਵੇਂ ਮੁਰਾਰੀ ਦੇਖੀ ਬਾਂਸੁਰੀ, ਬਾਂਸੁਰੀ ਆਪਣੇ ਆਪ 'ਚ ਨਹੀਂ ਬਣ ਸਕਦੀ ਜਦੋਂ ਅੰਦਰੋਂ ਨਾ ਵਜਾਵੇ। ਮਹਾਰਾਜ ਕਹਿੰਦੇ ਜਦੋਂ ਤੱਕ ਬੰਦੇ ਨੂੰ ਰੱਬ ਨਾ ਚਲਾਵੇ ਬੰਦਾ ਚੱਲ ਨਹੀਂ ਸਕਦਾ। ਜੇ ਰੱਬ ਸਵਾਸ ਨਾ ਦੇਵੇ ਤੁਸੀਂ ਲੈ ਸਕਦੇ ਹੋ? ਆਉਂਦਾ ਤੁਹਾਨੂੰ ਲੈਣਾ। ਮਹਾਰਾਜ ਕਹਿੰਦੇ ਜਿਸ ਵੇਲੇ ਆਪਣਾ ਸਵਾਸ ਚਲਾ ਜਾਏਗਾ ਉਸ ਵੇਲੇ ਲੈ ਕੇ ਦੇਖਿਓ, ਨਹੀਂ ਆਉਣਾ ਲੈਣਾ, ਨਹੀਂ ਹੋਣਾ। ਕਿ ਜੀਵਨ ਵਿੱਚ ਉਹ ਜਿਹੜਾ ਮੁਰਾਰ ਹੈ ਨਾ, ਜਿਹੜਾ ਆਪਣੇ ਅੰਦਰ ਵਜਾਉਣ ਵਾਲਾ ਜੰਤੀ ਇਸ ਤੰਤ ਨੂੰ ਵਜਾ ਰਿਹਾ ਹੈ, ਕਹਿੰਦੇ ਉਸ ਨੂੰ ਮੁਰਾਰ ਕਹਿੰਦੇ ਨੇ। ਇਹ ਬਾਂਸੁਰੀ ਹੈ, ਜਿਵੇਂ ਬਾਂਸ ਹੁੰਦਾ ਨਾ, ਫੋਕਾ ਬਾਂਸ, ਇਹ ਫੋਕਾ ਬਾਂਸ ਹੈ। ਇਹ ਜਿਹੜਾ ਆਪਣੇ ਆਪ ਨੂੰ ਮਾਨ ਕਰੀ ਬੈਠਾ ਹੈ। ਮਹਾਰਾਜ ਕਹਿੰਦੇ ਰੱਬ ਨਾ ਦਿਖਾਵੇ ਆਪਾਂ ਦੇਖ ਨਹੀਂ ਸਕਦੇ, ਉਹ ਨਾ ਬੁਝਾਵੇ ਆਪਾਂ ਬੁੱਝ ਨਹੀਂ ਸਕਦੇ। ਜਿਸ ਨੂੰ ਤੂੰ ਜਨਾਏ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਂਖ ਵਖਾਣੇ। ਸੋ 1 ਮਿੰਟ ਰਹਿ ਗਿਆ, ਸੋ ਆਓ ਇਸ ਸ਼ਬਦ ਨੂੰ ਸਮਝਿਓ। ਕਹਿੰਦੇ ਦਾਰਾ ਸੁਖ ਭਇਓ ਦੀਨ। ਆਪਣਾ ਦੀਨ ਕਹਿੰਦੇ ਇਸ ਨੂੰ ਦੇਤਾ। ਕਹਿੰਦੇ ਪਗੋ ਪੇਰੀ ਪਰੀ ਬੇਰੀ, ਕਹਿੰਦੇ ਆਪਣੇ ਪੈਰਾਂ ਵਿੱਚ ਚੱਲਣ ਵਾਲੇ ਪੈਰਾਂ 'ਚ ਬੇੜੀ ਪਾ ਲਈ ਤੇ ਧਿਆਨ ਰੱਖਣਾ, ਉਲਝਣ ਪਾ ਲਿਆ, ਜੀਵਨ ਦੀ ਗਤੀ ਰੁਕ ਗਈ। ਕਹਿੰਦੇ ਨਾਨਕ ਜਨ ਕਹੇ ਪੁਕਾਰ ਸੁਪਨੇ ਜਿਉਂ ਜਗ ਪਸਾਰ। ਕਹਿੰਦੇ ਸੁਪਨੇ ਵਾਂਗੂ ਇਹ ਜਗ ਪਸਰਿਆ ਹੋਇਆ ਹੈ। ਕਹਿੰਦੇ ਸਿਮਰਤ ਨਹਿ ਕਿਉਂ ਮੁਰਾਰ ਮਾਇਆ ਜਾਂ ਕੀ ਚੇਰੀ। ਇਹ ਸਾਰੀ ਮਾਇਆ ਉਸ ਦੀ ਚੇਰੀ ਹੈ, ਸੇਵਕ ਨੇ। ਸੋ ਸਰੀਰ ਦਾ ਗੁਮਾਨ ਨਹੀਂ ਕਰਨਾ, ਰੱਬ ਦੇ ਉੱਤੇ ਮਾਣ ਰੱਖਣਾ, ਧਿਆਨ ਰੱਖਣਾ। ਘੱਟ ਬੈਠੇ ਰੱਬ ਤੇ ਮਾਣ ਰੱਖਣਾ, ਆਪਣੇ ਮਨ ਦਾ ਗੁਮਾਨ ਤੋੜਨਾ। ਜਿੰਨਾ ਗੁਮਾਨ ਮਨ ਦਾ ਤੋੜਾਂਗੇ ਮਨ ਮਿਟੇਗਾ ਤੇ ਰੱਬ ਰੂਪ ਹੋਵਾਂਗੇ। ਭਾਈ ਆਖੋ ਸਤਨਾਮ। ਆਓ ਇੱਕ ਵਾਰ ਸ਼ਬਦ ਨੂੰ ਪੜ੍ਹੋ ਤੇ ਪੜ੍ਹ ਕੇ ਹੋਰ ਅੰਦਰ ਜਾਓ ਤੇ ਮਹਾਰਾਜ ਹੋਰ ਆਪਣੇ ਗਹਿਰੇ ਅਰਥ ਬਖਸ਼ਣਗੇ ਜੀ। ਪੜ੍ਹੋ ਜਰਾ ਪਿਆਰ ਨਾਲ ਜੀ। ਰੇ ਮਨ ਕੌਣ ਗਤ ਹੋਏ ਹੈ ਤੇਰੀ, ਰੇ ਮਨ ਕੌਣ ਗਤ ਹੋਏ ਹੈ ਤੇਰੀ, ਰੇ ਮਨ ਕੌਣ ਗਤ ਹੋਏ ਹੈ ਤੇਰੀ। ਇਹ ਜਗ ਮੇਂ ਰਾਮ ਨਾਮ ਸੋ ਤੋ ਨਹੀਂ ਸੁਨਿਓ ਕਾਨ, ਇਹ ਜਗ ਮੇਂ ਰਾਮ ਨਾਮ ਸੋ ਤੋ ਨਹੀਂ ਸੁਨਿਓ ਕਾਨ, ਬਿਖਲ ਸੋ ਅਤ ਲੁਭਾਨ, ਬਿਖਲ ਸੋ ਅਤ ਲੁਭਾਨ, ਮਤ ਨਾਹਨ ਫੇਰੀ। ਰੇ ਮਨ ਕੌਣ ਗਤ ਹੋਏ ਹੈ ਤੇਰੀ, ਰੇ ਮਨ ਕੌਣ ਗਤ ਹੋਏ ਹੈ ਤੇਰੀ, ਰੇ ਮਨ ਕੌਣ ਗਤ, ਰੇ ਮਨ ਕੌਣ ਗਤ। ਸੋ ਇਤਨੇ ਸ਼ਬਦ ਪ੍ਰਵਾਨ ਕਰਨੇ ਜੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਰੋਜ਼ ਥੋੜੀ ਦੇਰ ਬੈਠ ਕੇ ਆਪਾਂ ਰੋਜ਼ ਚਿੰਤਨ ਕਰਿਆ ਕਰੋ। ਗੁਰਬਾਣੀ ਰਾਹੀਂ ਮਨ ਨੂੰ ਮਾਰਨਾ ਸਿੱਖੋ। ਆਪਾਂ ਤਾਂ ਹੀ ਸਿੱਖ ਬਣੇ। ਸਿੱਖਣ ਦਾ ਮਤਲਬ ਹੈ ਕਿ ਰੋਜ਼ ਗੁਰਬਾਣੀ ਦੀ ਵਿਚਾਰ ਨੂੰ ਸਿੱਖਣਾ। ਧਿਆਨ ਰੱਖਣਾ, ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰਵਾਸਾ ਹੋਏ। ਸੋ ਬਾਣੀ ਜੀ ਦੀ ਵਿਚਾਰ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਬੇਅਦਬੀਆਂ ਤਰੁੱਟੀਆਂ ਰਹਿ ਗਈਆਂ ਹਨ ਜੀ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ। ਸੰਗਤ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ। ਫਤਿਹ ਦਾ ਬਾਜਾ ਫਤਿਹ ਵਿੱਚ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।